ਤੁਸੀਂ ਕੀ ਕਹਿਣਾ ਚਾਹੋਗੇ ਤਾਲਿਬਾਨ ਦਾ ਜੋ ਹਮਲਾ ਹੋ ਰਿਹਾ, ਜੋ ਇਹਨਾਂ ਨੇ ਆਪਣਾ ਕਬਜ਼ਾ ਕੀਤਾ ਅਫਗਾਨਿਸਤਾਨ ਤੇ, ਕਿਆ ਕਸ਼ਮੀਰ ਉੱਪਰ ਇਸ ਗੱਲ ਦਾ ਕੋਈ ਖਤਰਾ ਨਹੀਂ ਹੈ? ਕਸ਼ਮੀਰ ਨੂੰ ਵੀ ਧਮਕੀਆਂ ਦਿੱਤੀ ਜਾ ਰਹੀਆਂ ਨੇ ਉਹਨਾਂ ਉੱਤੇ, ਕਿਆ ਕਸ਼ਮੀਰ ਵੀ ਕੱਲ ਜੋ ਪਾਣਾ ਇਹ ਕਸ਼ਮੀਰ ਨਾਲ ਵੀ ਵਾਪਰਿਆ ਜਾ ਸਕਦਾ? ਚਾਂਸਿਸ ਪੂਰੇ ਨੇ, ਲੇਕਿਨ ਸਾਨੂੰ ਆਪਣੀ ਇੰਡੀਅਨ ਆਰਮੀ ਉੱਪਰ ਪੂਰਾ ਭਰੋਸਾ ਹੈ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਕੋਈ ਜੁਰਤ ਕਰੇਗਾ ਤਾਂ ਉਹਨੂੰ ਉੱਥੋਂ ਹੀ ਨਠਾ ਦਿੱਤਾ ਜਾਏਗਾ। ऐसा हले कोई सानू लगता नहीं है, लेकिन तुहाडी गल ठीक है कि कोशिश कर सकते हैं। गल की कि तालिबान का खतरा पूरी दुनिया में मंडरा रहा है, फैक्ट ये कोई दो राय नहीं है कि तालिबान का खतरा पूरी दुनिया में मंडरा रहा है, पर असी इसनू हिंदुस्तान की मद्देनज़र देखिए और स्पैशली वी आर फ्रॉम जम्मू एंड कश्मीर, असी इसनू जम्मू कश्मीर की मद्देनज़र देखिए। पिछले कुछ समय तो जम्मू कश्मीर विच मिलिटेंसी के अटैक वधने स्टार्ट हो गए, जो कि कुछ दिन पहले रजौरी विच एक इंसीडेंट होया, एक पार्टी के कार्यकर्ता के घर विच ग्रेनेड अटैक किए गए और उनका एक बच्चा भी उसकी डेथ हो गई, कैजुअल्टी हो गई है। ये असी इसनू बिल्कुल तालिबान नाल जोड़ के देख रहे हैं कि तालिबान किते ना किते जम्मू कश्मीर विच पैर पसारन की कोशिश कर रहा है। RSS जो है ਅੱਜ ਦੇਸ਼ ਦੀ ਸੇਵਾ ਕਰਨ ਵਾਸਤੇ ਅੱਗੇ ਆ ਰਹੇ ਹਨ, ਬੜੇ ਚਰਚੇ ਹੋ ਰਹੇ ਨੇ ਔਰ ਉਸ ਸੰਬੰਧ ਵਿੱਚ ਇੱਕ ਗੱਲ ਪੁੱਛਣਾ ਚਾਹਾਂਗੇ ਤੁਹਾਡੇ ਕੋਲੋਂ ਕਿ RSS ਜੋ ਹੈ ਉਸ ਇਸ ਜਿਹੜੇ ਮਹਾਨ ਦੇਸ਼ ਦੇ ਸੰਕਟ ਆਉਣ ਵਾਲਾ ਹੈ ਉਹਦੇ ਵਾਸਤੇ ਕੀ ਕਰੇਗੀ, ਕਿੱਦਾਂ ਉਹਨੇ ਅੱਗੇ ਆਉਣਾ ਚਾਹੀਦਾ, ਕਿਸ ਤਰ੍ਹਾਂ ਦੇਸ਼ ਦੀ ਭਾਗਦੌੜ ਸੰਭਾਲਣੀ ਚਾਹੀਦੀ ਹੈ? ਇਹ ਤਾਂ ਬੜਾ ਮੈਨੂੰ ਮਜ਼ਾਕੀਆ ਕੁਐਸਚਨ ਲੱਗਾ ਤੁਹਾਡਾ। RSS ਉਹ ਕਿਸ ਤਰ੍ਹਾਂ ਮਤਲਬ ਦੇਸ਼ ਦੇ ਅੱਗੇ ਰਕਸ਼ਾ ਕਰਨ ਵਾਸਤੇ ਆ ਸਕਦੀ ਹੈ? RSS ਤੇ ਉਲਟਾ ਆਪਣੇ ਦੇਸ਼ ਦੇ ਅੰਦਰ ਹੀ ਹਿੰਦੂ ਮੁਸਲਿਮ ਦਾ ਨਾਰਾ ਲਗਾ ਕੇ ਜ਼ਹਿਰ ਫੈਲਾ ਰਹੀ ਹੈ। ਉਹ ਆਪਣੇ ਮਤਲਬ ਵੋਟਾਂ ਵਾਸਤੇ, ਮਤਲਬ ਹਿੰਦੂਆਂ ਨੂੰ ਇਕੱਠਾ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਮਤਲਬ ਉਹ ਲੜਾਉਣਾ ਚਾਹੁੰਦੇ ਨੇ ਆਪਸ ਵਿੱਚ। ਜਦੋਂ ਦੀ BJP ਇਹਦੇ ਪਾਵਰ ਵਿੱਚ ਆਈ ਹੈ, ਅਸੀਂ ਇਹ ਸੁਣਨਾ ਸ਼ੁਰੂ ਹੋ ਗਏ ਕਿ ਇਹਨਾਂ ਨੇ ਲੜਾਉਣਾ ਸ਼ੁਰੂ ਕਰਤਾ ਹੈ ਕੌਮਾਂ ਨੂੰ ਆਪਸ ਵਿੱਚ, ਜਿਹੜਾ ਕਿ ਬਹੁਤ ਗਲਤ ਹੈ। और मैं तुहाडे माध्यम तो सारिਆਂ ਨੂੰ ਇਹ संदेश देना चाहना कि अपना भाईचारा बना के रखो। ये RSS ਜਾਂ BJP ਦੇ ਜਿਹੜੇ ਅੰਧ ਭਗਤ ਨੇ ਇਹਨਾਂ ਦੇ ਬਹਿਕਾਵੇ 'ਚ ਬਿਲਕੁਲ ਨਹੀਂ ਆਉਣਾ, ਕਿਉਂਕਿ ਅਸੀਂ ਸਭ ਦੇਸ਼ ਪ੍ਰੇਮੀ ਆ, ਅਸੀਂ ਆਪਣੇ ਦੇਸ਼ ਵਾਸਤੇ ਜਾਨ ਵੀ ਦੇ ਸਕਦੇ ਆ। ਅਖੰਡ ਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਰਮਨੀਕ ਸਿੰਘ। ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ, ਜੋ जम्मू कश्मीर ਦੀ सिख संगत है, इतने लोकल लोग इकट्ठे हुए हैं, एकत्र हुए हैं। अज जो चर्चा का विषय है अज दी अफगानिस्तान और तालिबान, जो तालिबान का कब्जा अफगानिस्तान उपर किया गया, उस मुद्दे ਨੂੰ ਲੈ ਕੇ ਸਾਰੇ ਹੀ जम्मू कश्मीर के जो लोग हैं इतने वो काफ़ी चिंतित हैं। ਅਸੀਂ ਇਹਨਾਂ ਦੇ ਵਿਚਾਰਧਾਰਾ ਕੀ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਹਨ ਇਸ ਵੇਲੇ ਵੀਰ ਜੀ ਮੇਹਰ ਸਿੰਘ ਜੀ, राजेश गुप्ता जी और वीर गुरमीत सिंह जी। वाहिगुरू जी का खालसा, वाहिगुरू जी की फतेह। गुरबानी खंड बानी सब तुहाडा सारे का स्वागत है। राजेश जी, जिवें कि तुसीं सारे जानते हो कि अज जो इस वेले सारा नैशनल मीडिया ते एक ही चर्चा का विषय बनया हुआ है, अफगानिस्तान ते तालिबान का कब्जा, और क्या कहना चाहोगे उस जम्मू कश्मीर के लोगों की क्या विचारधारा है, वो तुहाडे तो जानना चाहांगे। देखो जी, सब तो पहले तो सारिਆਂ ਨੂੰ मेरा सत श्री अकाल। ਇਹ ਬੜਾ ਅੱਛਾ ਤੁਸੀਂ ਸਵਾਲ ਪੁੱਛਿਆ। ਇਸ ਵੇਲੇ ਬਰਨਿੰਗ ਇਸ਼ੂ ਹੈ। ਮੈਂ ਸਮਝਦਾ ਕਿ ਜਿਹੜਾ ਦੁਬਾਰਾ ਤਾਲਿਬਾਨ ਕਬਜ਼ਾ ਕੀਤਾ ਹੈ ਕਾਬੁਲ ਉੱਪਰ, ਅਫਗਾਨਿਸਤਾਨ ਉੱਪਰ, ਇਹਦੇ ਵਿੱਚ ਸਾਰੀ ਅਮਰੀਕਾ ਦੀ ਸਾਜ਼ਿਸ਼ ਨਜ਼ਰ ਆ ਰਹੀ ਹੈ, ਕਿਉਂਕਿ ਜਿਸ ਤਰ੍ਹਾਂ 1 ਮਹੀਨੇ ਦੇ ਅੰਦਰ ਅੰਦਰ ਇੰਨੀ ਤੇਜ਼ੀ ਨਾਲ ਉਹਨਾਂ ਨੇ ਉੱਥੋਂ ਹਕੂਮਤ ਨੂੰ ਪਲਟਾ ਕੀਤਾ, ਤੇ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਜਿਸ ਤਰ੍ਹਾਂ ਸੇਫ ਪੈਸੇਜ ਦੇ ਕੇ ਗਨਈ ਨੂੰ ਉੱਥੋਂ ਕੱਢ ਦਿੱਤਾ ਤੇ ਲੋਕਾਂ ਨੂੰ ਇਹਨਾਂ ਨੇ ਫਿਰ ਔਰਤਾਂ ਦੇ ਉੱਪਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਔਰ ਆਉਣ ਵਾਲੇ ਫਿਊਚਰ 'ਚ ਇਹ ਕਰਨਗੇ। ਇਸ ਲਈ ਇਹ ਬੜਾ ਇਸ ਲਈ ਤਾਲਿਬਾਨ ਦਾ ਖਤਰਾ ਨਜ਼ਰ ਆ ਰਿਹਾ ਸਾਨੂੰ। ਤੁਸੀਂ ਕੀ ਕਹਿਣਾ ਚਾਹੋਗੇ ਤਾਲਿਬਾਨ ਦਾ ਜੋ ਹਮਲਾ ਹੋ ਰਿਹਾ, ਜੋ ਇਹਨਾਂ ਨੇ ਆਪਣਾ ਕਬਜ਼ਾ ਕੀਤਾ ਅਫਗਾਨਿਸਤਾਨ ਤੇ, ਕਿਆ ਕਸ਼ਮੀਰ ਉੱਪਰ ਇਸ ਗੱਲ ਦਾ ਕੋਈ ਖਤਰਾ ਨਹੀਂ ਹੈ? ਕਸ਼ਮੀਰ ਨੂੰ ਵੀ ਧਮਕੀਆਂ ਦਿੱਤੀ ਜਾ ਰਹੀਆਂ ਨੇ ਉਹਨਾਂ ਉੱਤੇ, ਕਿਆ ਕਸ਼ਮੀਰ ਵੀ ਕੱਲ ਜੋ ਪਾਣਾ ਇਹ ਕਸ਼ਮੀਰ ਨਾਲ ਵੀ ਵਾਪਰਿਆ ਜਾ ਸਕਦਾ? ਚਾਂਸਿਸ ਪੂਰੇ ਨੇ, ਲੇਕਿਨ ਸਾਨੂੰ ਆਪਣੀ ਇੰਡੀਅਨ ਆਰਮੀ ਉੱਪਰ ਪੂਰਾ ਭਰੋਸਾ ਹੈ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਕੋਈ ਜੁਰਤ ਕਰੇਗਾ ਤਾਂ ਉਹਨੂੰ ਉੱਥੋਂ ਹੀ ਨਠਾ ਦਿੱਤਾ ਜਾਏਗਾ। ਐਸਾ ਹਲੇ ਕੋਈ ਸਾਨੂੰ ਲੱਗਦਾ ਨਹੀਂ ਹੈ, ਲੇਕਿਨ ਤੁਹਾਡੀ ਗੱਲ ਠੀਕ ਹੈ ਕਿ ਕੋਸ਼ਿਸ਼ ਕਰ ਸਕਦੇ ਨੇ। तो अगला सवाल असी गल करांगे वीर मेहर सिंह जी नाल। मेहर सिंह जी, क्या कहना चाहोगे
ਜੋ ਅੱਜ ਪੂਰੇ ਜੀ ਟੀਵੀ ਤੁਸੀਂ ਦੇਖ ਰਹੇ ਹੋ, ਪੂਰੇ ਮੀਡੀਆ ਵਿੱਚ ਇਹ ਚਰਚਾ ਚੱਲ ਰਹੀ ਹੈ, ਇੱਕ ਚਰਚਾ ਦਾ ਵਿਸ਼ਾ ਵੀ ਹੈ। ਔਰ ਦੂਸਰਾ ਬਾਰ ਇਹ ਚਰਚਾ ਚੱਲ ਰਹੀ ਹੈ ਕਿ ਅਫਗਾਨਿਸਤਾਨ ਵਿੱਚ ਜੋ ਤਾਲਿਬਾਨ ਨੇ ਕਬਜ਼ਾ ਕੀਤਾ ਹੈ, ਉਸ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਵੀ ਧਮਕੀਆਂ ਆਈ ਹਨ ਕਿ ਬਈ ਅਗਲਾ ਉਹਨਾਂ ਦਾ ਪੜਾਵ ਜੋ ਹੈ ਜੰਮੂ ਕਸ਼ਮੀਰ ਤੇ ਵੀ ਹੋ ਸਕਦਾ ਹੈ। ਦੂਜਾ ਨੰਬਰ ਤੁਸੀਂ ਜੀ ਟੀਵੀ ਤੇ ਦੇਖਿਆ ਹੋਣਾ ਹੈ, ਆਮ ਨਿਊਜ਼ ਚੱਲ ਰਹੀ ਹੈ ਉੱਥੇ ਕਿ ਅਫਗਾਨਿਸਤਾਨ ਨੂੰ ਜੋ ਬਚਾ ਸਕਦੇ ਹਨ ਤਾਲਿਬਾਨੀਆਂ ਕੋਲੋਂ, ਤਾਲਿਬਾਨਾਂ ਨਾਲ ਸਿੱਖ ਕੌਮ ਵੀ ਲੜ ਸਕਦੀ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਸਰ, ਅਖੰਡ ਬਾਣੀ ਦਾ ਪਹਿਲੇ ਸਾਰੇ ਮੇਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਰ ਇੱਕ ਬੜਾ ਅੱਛਾ ਸਵਾਲ ਕੀਤਾ, ਜਿਸ ਤਰ੍ਹਾਂ ਮੇਰੇ ਸਾਥੀ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਇੱਕ ਪੋਲਿਟਿਕਸ ਹੈ USA ਦੀ, ਕਿਉਂਕਿ ਇਹਨਾਂ ਨੇ ਕਿ ਸਹੀ ਪੈਸੇ ਦੇ ਕੇ ਜਿਹਨੇ 20 ਸਾਲ ਤੋਂ ਅੱਜ ਤੱਕ ਇਹਨਾਂ ਨੇ ਕੋਈ ਕੰਮ ਨਹੀਂ ਕਰ ਸਕਿਆ, ਅੱਗੇ ਨਹੀਂ ਆ ਸਕੇ, ਅੱਜ ਕਿਸ ਤਰ੍ਹਾਂ ਇੱਕਦਮ ਅਚਾਨਕ ਅੱਗੇ ਆ ਗਏ। ਇਹ ਸਾਰਾ ਇੱਕ ਸੋਚ ਸਮਝੀ ਕਿ ਸਾਜ਼ਿਸ਼ ਤਹਿਤ ਸਾਰਾ ਕੰਮ ਹੋ ਰਿਹਾ। ਬਾਕੀ ਰਹੀ ਗੱਲ ਸਿੱਖਾਂ ਦੀ ਕਿ ਤਾਲਿਬਾਨ ਲੜਨਗੇ ਨਹੀਂ ਲੜਨਗੇ, ਜਿਹੜੇ ਕਿਸਾਨ ਸਾਡੇ ਦਿੱਲੀ ਧਰਨੇ 'ਤੇ ਬੈਠੇ ਦੇ ਨੇ ਅੱਜ ਉਹ ਆਤੰਕਵਾਦੀ ਹੋ ਗਏ ਨੇ। ਜਦੋਂ ਲੜਨ ਦੀ ਵਾਰੀ ਆਉਂਦੀ ਹੈ ਤਾਂ ਉਸਲੇ ਸਿੱਖ ਦੇ ਦੇਸ਼ ਭਗਤੀ ਨੂੰ ਜਗਾਉਂਦੇ ਪਏ ਨੇ। ਇਹ ਵੀ ਸਾਰੀ ਸਾਡੀ ਸ਼ਕਤੀ ਚੱਲਦਾ ਪਿਆ ਪ੍ਰੋਸੀਜਰ। ਬਾਕੀ ਰਹੀ ਗੱਲ ਕਸ਼ਮੀਰ ਦੀ, ਕਿਉਂਕਿ ਦੇਖੋ ਅਗਰ ਉੱਥੇ ਆਉਣਗੇ ਜ਼ਰੂਰ ਕਸ਼ਮੀਰ ਦਾ ਜ਼ਰੂਰ ਖਤਰਾ ਪਏਗਾ ਸਾਡੇ ਆਉਣ ਵਾਲੇ ਟਾਈਮ ਵਿੱਚ, ਸਾਡੇ ਆਉਣ ਵਾਲੇ ਸਮੇਂ, ਕਿਉਂਕਿ ਪਹਿਲਾਂ ਵੀ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਮਿਲਟੈਂਸੀ ਕਰਕੇ ਕਰਨਾ ਪੈ ਰਿਹਾ ਸੀ। ਅੱਜ ਵੀ ਉੱਥੇ ਇਹ ਚੱਕਰ ਹਾਲਾਤ ਸ਼ਾਇਦ ਦੁਬਾਰਾ ਨਾ ਬਣ ਜਾਵਣ। ਤੋ ਜਦੋਂ ਅੱਜ ਜੇ ਦੇਸ਼ 'ਤੇ ਕੋਈ ਵੀ ਦੁਬਿਧਾ ਆਉਂਦੀ ਹੈ, ਕੋਈ ਵੀ ਕੁਛ ਔਖਾ ਭਾਰੀ ਆਉਂਦੀ ਹੈ, ਤਾਂ ਸਿੱਖ ਸਭ ਤੋਂ ਪਹਿਲੇ ਅੱਗੇ ਸਰਹੱਦਾਂ 'ਤੇ ਜਾ ਕੇ ਵੀ ਸਰਹੱਦਾਂ ਜੋ ਹਨ ਸਿੱਖ ਸੰਭਾਲ ਰਹੇ ਹਨ, ਉੱਥੇ ਸਰਹੱਦਾਂ 'ਤੇ ਰਾਖੀ ਕਰ ਰਹੇ ਹਨ ਆਪਣੀ ਜਾਨ 'ਤੇ ਖੇਲ ਕੇ। ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਜਦੋਂ ਦੇਸ਼ ਵਿੱਚ ਕੋਈ ਵੀ ਅਕਾਲ ਪੈਂਦਾ ਹੈ, ਕੁਛ ਕੋਈ ਵੀ ਇਸ ਤਰ੍ਹਾਂ ਦਾ ਬਾੜ ਆਉਂਦੀ ਹੈ, ਕੁਛ ਆਉਂਦੀ ਹੈ, ਸਾਰੇ ਸਿੱਖ ਵੀਰ ਅੱਗੇ ਜਾ ਕੇ ਜੋ ਹਨ ਆਪਣੀ ਸੇਵਾ ਕਰਦੇ ਹਨ, ਉੱਥੇ ਸੇਵਾ ਨਿਭਾਉਂਦੇ ਹਨ, ਲੰਗਰ ਦੀ ਸੇਵਾ ਨਿਭਾਉਂਦੇ ਹਨ। ਅੱਜ ਜਿਸ ਵਕਤ ਹਿੰਦੁਸਤਾਨ 'ਤੇ ਔਖੀ ਭਾਰੀ ਆਉਂਦੀ ਹੈ, ਉਸ ਵੇਲੇ ਇਹਨਾਂ ਨੂੰ ਸਿੱਖ ਯਾਦ ਆਉਂਦੇ ਹਨ ਕਿ ਅੱਜ ਤਾਲਿਬਾਨ ਨਾਲ ਸਿੱਖ ਹੀ ਜੋ ਹਨ ਮੁਕਾਬਲਾ ਕਰ ਸਕਦੇ ਹਨ। ਕਿ ਜਿਸ ਵਕਤ ਦਿੱਲੀ ਵਿੱਚ ਜੋ ਕਿਸਾਨਾਂ ਉੱਤੇ ਪਾਣੀ ਦੀ ਬੁਛਾਰਾਂ ਕੀਤੀ ਜਾਂਦੀਆਂ ਹਨ, ਉਹਨਾਂ ਦੀ ਆਤੰਕਵਾਦ ਦਾ ਠੱਪੇ ਲਾਏ ਜਾਂਦੇ ਹਨ, ਉਸ ਵਕਤ ਇਹਨਾਂ ਨੂੰ ਸਿੱਖ ਨਹੀਂ ਨਜ਼ਰ ਆਉਂਦੇ। ਸਰ ਇਹ ਤਾਂ ਬੜੀ ਅੱਛੀ ਗੱਲ ਹੈ, ਕਿਉਂਕਿ ਇੱਕ ਵਾਰੀ ਹਰੀ ਸਿੰਘ ਨਲਵੇ ਨੇ ਅਫਗਾਨਿਸਤਾਨ ਤੱਕ ਜਾ ਕੇ ਕਬਜ਼ਾ ਕੀਤਾ ਸੀ। ਇਹ ਗੱਲ ਬਿਲਕੁਲ ਸਹੀ ਹੈ ਕਿ ਇੱਕ ਸਿੱਖ ਕਮਿਊਨਿਟੀ ਹੀ ਐਸੀ ਹੈ ਜੋ ਮੁਗਲਾਂ ਨਾਲ ਟੱਕਰ ਲੈ ਸਕਦੀ ਹੈ, ਲੇਕਿਨ ਅਸੀਂ ਨੂੰ ਉਸ ਤਰ੍ਹਾਂ ਨਹੀਂ ਦੇਖ ਸਕਦੇ, ਕਿਉਂਕਿ ਜਿਹੜੇ ਸਾਨੂੰ ਆਪਣੀ ਸਰਕਾਰ ਸਾਨੂੰ ਇੱਥੇ ਨਹੀਂ ਪੁੱਛ ਰਹੀ, ਸਾਨੂੰ ਸਿੱਖਾਂ ਨੂੰ ਸਹਿਯੋਗ ਨਹੀਂ ਦੇ ਰਹੀ। ਸਿੱਖ ਹਰ ਜਗ੍ਹਾ, ਕਿਹੜੀ ਜਗ੍ਹਾ ਨਹੀਂ ਗਏ ਸਿੱਖ, ਜਿੱਥੇ ਕਿੱਥੇ ਦਾ ਬਾੜ ਆਉਂਦੀ ਹੈ, ਦੁਰਘਟਨਾ ਹੁੰਦੀ ਹੈ ਜਾਂ ਅਰਥਕਵੇਕ ਆਉਂਦਾ ਹੈ, ਉੱਥੇ ਸਿੱਖ ਸਭ ਤੋਂ ਪਹਿਲੇ ਪੁੱਜਦੇ ਨੇ। ਲੇਕਿਨ ਫਿਰ ਵੀ ਅੱਜ ਸਿੱਖਾਂ ਨੂੰ ਇੰਨਾ ਤੰਗ ਕੀਤਾ ਜਾ ਰਿਹਾ, ਉਹਨਾਂ ਦੀਆਂ ਮੰਗਾਂ ਨਹੀਂ ਮੰਨ ਜਾ ਰਹੀਆਂ। ਅੱਜ 1 ਸਾਲ ਤੋਂ ਸਿੱਖ ਸਾਡੇ ਦਿੱਲੀ ਦੇ ਬੈਠੇ ਨੇ, ਲੇਕਿਨ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀਆਂ। ਇੱਥੋਂ ਅਸੀਂ ਕੀ ਉਮੀਦ ਰੱਖੀ ਗੌਰਮੈਂਟ ਦਿੱਲੀ ਸਰਕਾਰ ਤੋਂ? ਤਾਂ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਹਮੇਸ਼ਾ ਦੇਸ਼ ਦੇ ਪੱਕੇ ਪ੍ਰਤੀ ਵਫਾਦਾਰ ਰਹਿਣਗੇ, ਲੇਕਿਨ ਸਾਡੀਆਂ ਮੰਗਾਂ ਪੂਰੀ ਮੰਨ ਜਾਣ, ਸਾਨੂੰ ਪੂਰਾ ਸਹਿਯੋਗ ਦਿੱਤਾ ਜਾਵੇ, ਸਾਰਾ ਪੂਰਾ ਮਾਨਤਾ ਦਿੱਤਾ ਜਾਵੇ ਸਾਨੂੰ। ਜੋ ਤਾਲਿਬਾਨ ਨੂੰ ਲੈ ਕੇ ਸਰਕਾਰ ਕੋਲੋਂ ਕੀ ਉਮੀਦ ਰੱਖਦੇ ਹੋ ਤੁਸੀਂ? ਸਰਕਾਰ ਨੇ ਕੀ ਸਟੈਪ ਲੈਣੇ ਚਾਹੀਦੇ? ਸਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਸਿਕਿਉਰਿਟੀ ਟਾਈਟ ਕੀਤੀ ਜਾਏ। ਸ਼੍ਰੀਨਗਰ ਦੀ ਆਮ ਪਬਲਿਕ ਹੈ ਉਹਨੂੰ ਸੇਫਟੀ ਪੈਸੇਜ ਕੀਤਾ ਜਾਵੇ, ਕਿਉਂਕਿ ਇਸੇ ਬੜਾ ਖਤਰਾ ਹੋ ਸਕਦਾ ਹੈ, ਦੁਬਾਰਾ ਅਟੈਕ ਹੋਣ ਦੀ ਦੁਬਾਰਾ ਸੰਭਾਵਨਾ ਬਣ ਸਕਦੀ ਹੈ। ਬਹੁਤ ਬਹੁਤ ਧੰਨਵਾਦ। ਅਜੀ ਗੱਲ ਕਰਦੇ ਹਾਂ ਆਪਾਂ ਵੀਰ ਗੁਰਮੀਤ ਸਿੰਘ ਨਾਲ, ਵੀਰ ਜੀ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਅੱਜ ਜੋ ਦੇਸ਼ ਵਿੱਚ ਜੋ ਹਾਲਾਤ ਬਣੇ ਦੇ ਹਨ, ਜੋ ਪੂਰੇ ਵਰਲਡ ਇਸ ਵੇਲੇ ਇੱਕੋ ਨਿਊਜ਼ ਚੱਲੇ ਕਰਦੀ ਹੈ ਉਹਦੇ ਤਾਲਿਬਾਨ ਔਰ ਅਫਗਾਨਿਸਤਾਨ ਦੀ। ਔਰ ਅੱਜ ਇਸ ਦੇਸ਼ ਵਿੱਚ ਇਹ ਸੰਕਟ ਆਇਆ ਹੋਇਆ ਹੈ, ਕੱਲ੍ਹ ਕहीं ਨਾ ਕਿਤੇ ਸਾਡੇ ਦੇਸ਼ 'ਤੇ ਵੀ ਸੰਕਟ ਦੇ ਜੋ ਬਾਦਲ ਹਨ ਮੰਡਰਾ ਰਹੇ ਹਨ। ਤਾਂ ਉਸ ਗੱਲ ਨੂੰ ਲੈ ਕੇ ਤੁਸੀਂ ਜਿੱਥੇ ਜੰਮੂ ਦੀ, ਕਸ਼ਮੀਰ ਦੀ, ਇੱਥੇ ਦੀ ਲੋਕੀ ਹਨ ਸਾਰੇ, ਤੁਸੀਂ ਕੀ ਵਿਚਾਰਧਾਰਾ ਰੱਖਦੇ? ਗੁਰਬਾਣੀ ਅਖੰਡ ਦੇਖੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਹੜੀ ਤੁਸੀਂ ਗੱਲ ਕੀਤੀ ਕਿ ਤਾਲਿਬਾਨ ਦਾ ਖਤਰਾ ਪੂਰੀ ਦੁਨੀਆ ਵਿੱਚ ਮੰਡਰਾ ਰਿਹਾ, ਇਹ ਫੈਕਟ ਇਹਦੇ ਕੋਈ ਦੋ ਰਾਏ ਨਹੀਂ ਹੈ ਕਿ ਤਾਲਿਬਾਨ ਦਾ ਖਤਰਾ ਪੂਰੀ ਦੁਨੀਆ ਵਿੱਚ ਮੰਡਰਾ ਰਿਹਾ, ਪਰ ਅਸੀਂ ਇਸ ਨੂੰ ਹਿੰਦੁਸਤਾਨ ਦੀ ਮੱਦੇ ਨਜ਼ਰ ਦੇਖੀਏ ਔਰ ਸਪੈਸ਼ਲੀ ਵੀ ਆਰ ਫਰਮ ਜੰਮੂ ਐਂਡ ਕਸ਼ਮੀਰ, ਅਸੀਂ ਇਸ ਨੂੰ ਜੰਮੂ ਕਸ਼ਮੀਰ ਦੀ ਮੱਦੇ ਨਜ਼ਰ ਦੇਖੀਏ। ਪਿਛਲੇ ਕੁਝ ਸਮੇਂ ਤੋਂ ਜੰਮੂ ਕਸ਼ਮੀਰ ਵਿੱਚ ਮਿਲੀਟੈਂਸੀ ਦੇ ਅਟੈਕ ਵਧਣਾ ਸਟਾਰਟ ਹੋ ਗਏ, ਜੋ ਕਿ ਕੁਝ ਦਿਨ ਪਹਿਲੇ ਰਜੌਰੀ ਵਿੱਚ ਵੀ ਇੱਕ ਇੰਸੀਡੈਂਟ ਹੋਇਆ, ਇੱਕ ਪਾਰਟੀ ਦੇ ਕਾਰਜਕਰਤਾ ਦੇ ਘਰ ਵਿੱਚ ਗ੍ਰੇਨੇਡ ਅਟੈਕ ਕੀਤੇ ਗਏ ਔਰ ਉਹਦਾ ਇੱਕ ਬੱਚਾ ਵੀ, ਉਹਦੀ ਡੈਥ ਹੋ ਗਈ, ਕੈਜੁਅਲਟੀ ਹੋ ਗਈ ਹੈ। ਇਹ ਅਸੀਂ ਇਸ ਨੂੰ ਬਿਲਕੁਲ ਤਾਲਿਬਾਨ ਨਾਲ ਜੋੜ ਕੇ ਦੇਖ ਰਹੇ ਹਾਂ ਕਿ ਤਾਲਿਬਾਨ ਕਿਤੇ ਨਾ ਕਿਤੇ ਜੰਮੂ ਕਸ਼ਮੀਰ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਗਵਰਨਮੈਂਟ ਨੂੰ ਇਹ ਅਪੀਲ ਕਰਨਾ ਚਾਹਾਂਗੇ ਤੁਹਾਡੇ ਮਾਧਿਅਮ, ਗੁਰਬਾਣੀ ਅਖੰਡ ਮਾਧਿਅਮ ਤੋਂ, ਕਿ ਇਹਦੇ ਉੱਪਰ ਸਟ੍ਰਿਕਟ ਐਕਸ਼ਨ ਲਿੱਤਾ ਜਾਏ ਔਰ ਜਲਦ ਤੋਂ ਜਲਦ ਆਪਣੀ ਸਿਕਿਉਰਿਟੀ ਫੋਰਸਿਸ ਏਜੰਸੀਜ਼ ਨੂੰ ਇਹ ਟਾਸਕ ਦਿੱਤਾ ਜਾਏ ਕਿ ਐਸੀ ਜਿਹੜੀ ਸ਼ਰਾਰਤੀ ਤੱਤਵ ਹਨ ਉਹਨਾਂ ਦੇ ਪ੍ਰਤੀ ਕਾਰਵਾਈ ਕੀਤੀ ਜਾਏ। ਤੋ ਕੀ ਚਾਹੋਗੇ ਤੁਸੀਂ? ਜੇ ਜੀ ਤੁਹਾਡੇ ਨਾਲ ਸਵਾਲ ਹੈ ਮੇਰਾ ਕਿ RSS ਜੋ ਹੈ ਅੱਜ ਦੇਸ਼ ਦੀ ਸੇਵਾ ਕਰਨ ਵਾਸਤੇ ਅੱਗੇ ਆ ਰਹੇ ਹਨ, ਬੜੇ ਚਰਚੇ ਹੋ ਰਹੇ ਨੇ, ਔਰ ਉਸ ਸੰਬੰਧ ਵਿੱਚ ਇਹ ਗੱਲ ਪੁੱਛਣਾ ਚਾਹਾਂਗੇ ਤੁਹਾਡੇ ਕੋਲੋਂ ਕਿ RSS ਜੋ ਹੈ ਉਸ ਇਸ ਜਿਹੜੇ ਮਹਾਨ ਦੇਸ਼ ਦੇ ਸੰਕਟ ਆਉਣ ਵਾਲਾ ਹੈ ਉਹਦੇ ਵਾਸਤੇ ਕੀ ਕਰੇਗੀ, ਕਿੱਦਾਂ ਉਹਨੇ ਅੱਗੇ ਆਉਣਾ ਚਾਹੀਦਾ, ਕਿਸ ਤਰ੍ਹਾਂ ਦੇਸ਼ ਦੀ ਭਾਗਦੌੜ ਸੰਭਾਲਣੀ ਚਾਹੀਦੀ ਹੈ? ਇਹ ਤਾਂ ਬੜਾ ਮੈਨੂੰ ਮਜ਼ਾਕੀਆ ਕੁਐਸਚਨ ਲੱਗਾ ਤੁਹਾਡਾ। RSS ਉਹ ਕਿਸ ਤਰ੍ਹਾਂ ਮਤਲਬ ਦੇਸ਼ ਦੇ ਅੱਗੇ ਰਕਸ਼ਾ ਕਰਨ ਵਾਸਤੇ ਆ ਸਕਦੀ ਹੈ? RSS ਤੇ ਉਲਟਾ ਆਪਣੇ ਦੇਸ਼ ਦੇ ਅੰਦਰ ਹੀ
ਹਿੰਦੂ ਮੁਸਲਿਮ ਦਾ ਉਹ ਨਾਰਾ ਲਗਾ ਕੇ ਤੇ ਜ਼ਹਿਰ ਫੈਲਾ ਰਹੀ ਹੈ, ਉਹ ਆਪਣੇ ਮਤਲਬ ਵੋਟਾਂ ਵਾਸਤੇ, ਮਤਲਬ ਹਿੰਦੂਆਂ ਨੂੰ ਇਕੱਠਾ ਕਰਨ ਵਾਸਤੇ, ਖੁਸ਼ ਕਰਨ ਵਾਸਤੇ, ਮਤਲਬ ਉਹ ਲੜਾਉਣਾ ਚਾਹੁੰਦੇ ਨੇ ਆਪਸ ਵਿੱਚ। ਹਾਲਾਂਕਿ ਇਸ ਤੋਂ ਪਹਿਲੇ ਵੀ ਸਾਡੇ ਇਹ ਮਿਸਾਲ ਰਹੀ ਹੈ, ਹਿੰਦੂ ਮੁਸਲਿਮ ਸਿੱਖ ਇਤਿਹਾਦ ਇਤਨਾ ਅੱਛਾ ਰਿਹਾ। ਜਦੋਂ ਦੀ ਬੀਜੇਪੀ ਇਹਦੇ ਪਾਵਰ ਵਿੱਚ ਆਈ ਹੈ, ਅਸੀਂ ਇਹ ਸੁਣਨਾ ਸ਼ੁਰੂ ਹੋ ਗਏ ਕਿ ਇਹਨਾਂ ਨੇ ਲੜਾਉਣਾ ਸ਼ੁਰੂ ਕਰਤਾ ਹੈ ਕੌਮਾਂ ਨੂੰ ਆਪਸ ਵਿੱਚ, ਜਿਹੜਾ ਕਿ ਬਹੁਤ ਗਲਤ ਹੈ। ਔਰ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣਾ ਭਾਈਚਾਰਾ ਬਣਾ ਕੇ ਰੱਖੋ। ਇਹ RSS ਜਾਂ BJP ਦੇ ਜਿਹੜੇ ਅੰਧ ਭਗਤ ਨੇ, ਇਹਨਾਂ ਦੇ ਬਹਿਕਾਵੇ 'ਚ ਬਿਲਕੁਲ ਨਹੀਂ ਆਉਣਾ, ਕਿਉਂਕਿ ਅਸੀਂ ਸਭ ਦੇਸ਼ ਪ੍ਰੇਮੀ ਹਾਂ। ਅਸੀਂ ਆਪਣੇ ਦੇਸ਼ ਵਾਸਤੇ ਜਾਨ ਵੀ ਦੇ ਸਕਦੇ ਹਾਂ। ਸਾਡੀ ਇੰਡੀਅਨ ਫੋਰਸਿਸ, ਉਹ ਸਾਨੂੰ ਉਹਨਾਂ ਦਾ ਪੂਰਾ ਭਰੋਸਾ ਹੈ। ਇਹ RSS ਕੀ ਇਹ ਜਿਹੜੇ ਖਾਕੀ ਨਿਕਰਾਂ ਵਾਲੇ, ਇਹ ਕੀ ਕਰਨਗੇ ਡੰਡੇ ਲੈ ਕੇ? ਬਾਕੀ ਨਿਕਰਾਂ ਵਾਲੇ ਅੱਗੇ ਕਿਉਂ ਨਹੀਂ ਆ ਰਹੇ? ਇੱਦਾਂ ਦੇ ਬੜੇ ਬੜੇ ਦਾਅਵੇ ਕਰਦੇ ਹਨ ਕਿ ਅਸੀਂ ਹਿੰਦੁਸਤਾਨ ਨੂੰ ਸੰਭਾਲ ਲਾਂਗੇ। ਉਸ ਤੋਂ ਬਾਅਦ ਸ਼ਿਵ ਸੈਨਾ ਨੂੰ ਲੈ ਕੇ, ਸ਼ਿਵ ਸੈਨਾ ਹੈ, ਉਹਨਾਂ ਨੇ ਵੀ ਅੱਗੇ ਆਉਣਾ ਚਾਹੀਦਾ। ਕੇਂਦਰ ਸਰਕਾਰ, ਉਹਨਾਂ ਨੇ ਵੀ ਕੁਝ ਸੁਰੱਖਿਆ ਅਪਣਾਉਣੀ ਚਾਹੀਦੀ ਹੈ। ਮੈਂ ਜਨਾਬ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਅਰਜ਼ ਕੀਤਾ ਹੈ ਕਿ ਇਹ ਬਿਲਕੁਲ ਰੈਲੀਵੈਂਸ ਹੀ ਨਹੀਂ ਬਣਦੀ। ਇਹ ਸਿਰਫ ਇਹ ਕੰਮ ਕਰਾ ਰਹੇ ਨੇ ਦੇਸ਼ 'ਚ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ, ਔਰ ਵੋਟ ਬੈਂਕ ਪੋਲਿਟਿਕਸ ਕਰ ਰਹੇ ਨੇ। ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਤੋਂ ਹੋਰ ਕਹਿਣਾ ਚਾਹੁੰਦਾ ਕਿ ਜਿਸ ਦਿਨ ਸਾਡੇ ਦੇਸ਼ ਵਿੱਚ ਵੋਟ ਬੈਂਕ ਪੋਲਿਟਿਕਸ ਖਤਮ ਹੋ ਜਾਏਗੀ ਤੇ ਸਾਡਾ ਦੇਸ਼ ਦੁਬਾਰਾ ਸੋਨੇ ਦੀ ਚਿੜੀਆ ਬਣ ਜਾਏਗਾ। ਮਤਲਬ ਕਿਤੇ ਨਾ ਕਿਤੇ ਕਹਿਣਾ ਚਾਹੁੰਦੇ ਹੋ ਕਿ ਧਰਮ ਦੀ ਸਿਆਸਤ ਕੀਤੀ ਜਾ ਰਹੀ ਹੈ, ਧਰਮ ਤੋਂ ਹਟਾ ਰੱਖੇ ਤੇ ਇਹ ਸਾਰੇ ਵਾਰ ਕੀਤੇ ਜਾ ਰਹੇ ਹਨ। ਬਿਲਕੁਲ, ਸਿਆਸਤ ਵਿੱਚ ਧਰਮ ਦਾ ਕੋਈ ਕੰਮ ਹੀ ਨਹੀਂ ਹੈ। ਸਿਆਸਤ ਹੁੰਦੀ ਹੈ ਕਿ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਲਿੱਤਾ ਜਾਏ, ਕੌਣ ਸੀ ਪਾਲਿਸੀਆਂ ਦੇ ਲਿਆਏ ਜਾਏ ਜਿਹੜੀ ਸਟੂਡੈਂਟਸ ਵਾਸਤੇ ਆਉਣ ਜਾਂ ਔਰ ਔਰਤਾਂ ਵਾਸਤੇ ਆਉਣ ਜਾਂ ਨੌਜਵਾਨਾਂ ਵਾਸਤੇ ਆਉਣ। ਇਹ ਨਹੀਂ ਕਿ ਅਸੀਂ ਪਹਿਲੇ ਮਤਲਬ ਸਾਡੀ ਕੰਸਨਟ੍ਰੇਸ਼ਨ ਸਿਰਫ ਵੋਟ ਕਿੱਥੋਂ ਲੈਣਾ ਹੈ, ਕਿਸ ਤਰ੍ਹਾਂ ਉੱਥੇ ਲੜਾਈਏ, ਜਾਤ ਪਾਤ ਕਿਸ ਤਰ੍ਹਾਂ ਦੱਸੀਏ, ਇਹ ਨਹੀਂ ਹੋਣਾ ਚਾਹੀਦਾ। ਬਾਕੀ ਮੁਲਕਾਂ 'ਚ ਵੀ ਦੇਖੋ ਕੋਈ ਵੋਟ ਬੈਂਕ ਪੋਲਿਟਿਕਸ ਨਹੀਂ ਹੈ, ਤਦੇ ਉਹ ਮੁਲਕ ਇਤਨੇ ਤਰੱਕੀ ਕਰਦੇ ਨੇ। ਇਹ ਇਤਨੇ ਅਸੀਂ 75 ਸਾਲ ਹੋ ਗਏ ਸਾਡੀ ਆਜ਼ਾਦੀ ਨੂੰ, ਅੱਜ ਦੀ ਡੇਟ ਵਿੱਚ ਵੀ ਅਸੀਂ ਇੰਨੇ ਹੁੰਦੇ ਸੀ ਤੇ ਉਦੋਂ ਤਾਂ ਦੇਖਦੇ ਆ ਰਹੇ ਹਾਂ। ਬਿਜਲੀ ਪਾਣੀ ਤੱਕ ਨਹੀਂ ਪਹੁੰਚਾ ਸਕੇ ਤੇ ਬਾਕੀ ਗੱਲਾਂ ਕਿੱਥੋਂ ਕਰਨੀਆਂ ਇਹਨਾਂ ਨੇ? ਹਰ ਜਗ੍ਹਾ ਬਿਜਲੀ ਪਾਣੀ ਦੀ ਡਿਮਾਂਡ ਹੁੰਦੀ ਹੈ ਤੇ ਸ਼ਰਮ ਆਉਂਦੀ ਹੈ ਸਾਨੂੰ ਕਿ ਉਸ ਤਰ੍ਹਾਂ ਗੱਲਾਂ ਕਰਦੇ TV ਤੇ ਅਸੀਂ ਇੰਨੀ ਤਰੱਕੀ ਕਰ ਲਈ, ਕੀ ਕਰ ਲਈ? ਬੇਸਿਕ ਜੋ ਨੀਡਸ ਹਨ, ਜੋ ਬੇਸਿਕ ਜ਼ਰੂਰਤਾਂ ਨੇ, ਉਹ ਜੋ ਆਵਾਮ ਦੀਆਂ ਉਹ ਪੂਰੀਆਂ ਕਰ ਨਹੀਂ ਸਕੇ, ਉਹਨਾਂ ਦੇ ਉੱਤੇ ਖਰੇ ਨਹੀਂ ਉਤਰ ਸਕੇ, ਤੇ ਵੱਡੀਆਂ ਗੱਲਾਂ ਕਿੱਥੇ ਕਰਨੀ? ਬਿਲਕੁਲ, ਇਹੀਓ ਮੈਂ ਤੁਸੀਂ ਆਪੇ ਹੀ ਜਵਾਬ ਦੇ ਦਿੱਤਾ ਕਿ ਇੰਨੀਆਂ ਵੱਡੀਆਂ ਗੱਲਾਂ, ਸੁਪਨੇ ਦਿਖਾਣੇ, ਇਹ ਬਿਲਕੁਲ ਗਲਤ ਹੈ। ਤੁਸੀਂ ਗਰਾਊਂਡ ਨਾਲ ਜੁੜੋ, ਗਰਾਊਂਡ ਰਿਐਲਿਟੀਜ਼ ਦੇਖੋ। ਪਹਿਲੇ ਆਮ ਆਦਮੀ ਵਿਚਾਰਾ ਕੀ ਕਰ ਰਿਹਾ ਹੈ, ਉਹਦੀ ਕੀ ਜ਼ਰੂਰਤ ਹੈ, ਉਹਨੂੰ ਤੁਸੀਂ ਉਭਾਰੋ। ਉਹ ਸਾਡੇ ਦੇਸ਼ ਦਾ ਅੰਗ ਹੈ, ਤੁਸੀਂ ਉਹਨੂੰ ਕਿਉਂ ਨਹੀਂ ਉਭਾਰਦੇ? ਉੱਪਰ ਜਿਹੜੇ ਵੱਡੇ ਕੈਪੀਟਲਿਸਟ ਨੇ, ਅੰਬਾਨੀ, ਅਡਾਨੀ ਜਾਂ ਇਹ ਅਮਿਤ ਸ਼ਾਹ ਦਾ ਪੁੱਤਰ, ਉਹਨੂੰ ਪੁੱਛੋ ਕਿ ਤੂੰ ਆਪਣਾ ਫਾਰਮੂਲਾ ਦੇ ਆਪਣੇ ਨੌਜਵਾਨਾਂ ਨੂੰ, ਇੰਡੀਆ ਦੇ ਜਿਤਨੇ ਨੌਜਵਾਨ ਨੇ, ਤੂੰ ਇਤਨੀ ਜਲਦੀ ਕੰਪਨੀ ਦਾ ਤੇਰਾ ਰਾਈਜ਼ ਕਿੰਨੇ % ਹੋ ਗਿਆ ਜੀ? 85% ਅਬਵ ਗਰੋਥ, 85,000% ਗਰੋ ਹੋਈ ਹੈ ਉਹਨਾਂ ਦੀ। ਮੈਂ ਇੱਕ ਗੱਲ ਰਜੇਸ਼ ਜੀ ਨੇ ਮੈਨੂੰ ਕਹੀ ਹੈ, ਮੈਂ ਬੋਲਣਾ ਚਾਹਾਂਗਾ ਕਿ ਅਮਿਤ ਸ਼ਾਹ ਜੀ ਦੇ ਬੇਟੇ ਜੈ ਸ਼ਾਹ ਜੀ, ਉਹ ਇਹ ਫਾਰਮੂਲਾ ਪੂਰੇ ਹਿੰਦੁਸਤਾਨ ਦੀ ਜਨਤਾ ਨੂੰ ਦੱਸਣ ਕਿ ਜੋ ਉਹਨਾਂ ਨੇ ਗਰੋਥ ਕੀਤੀ ਹੈ, ਇਹ ਗਰੋਥ ਕੀਤੀ ਹੋਈ ਹੈ ਸੋ ਡੈਟ ਕਿ ਇਹ ਪੂਰੀ ਹਿੰਦੁਸਤਾਨ ਦੀ ਜਨਤਾ ਵੀ ਇਹ ਗਰੋਥ ਕਰੇ ਔਰ ਉਹਨਾਂ ਦੀ ਵੀ ਤਰੱਕੀ ਹੋਏ ਔਰ ਪੂਰਾ ਹਿੰਦੁਸਤਾਨ ਖੁਸ਼ਹਾਲ ਹੋਏ। ਕਿਉਂਕਿ ਉਹ ਕਹਿੰਦੇ ਜੀ ਇਹਨਾਂ ਨੂੰ ਕੋਈ ਪੋਲੀਟੀਕਲੀ ਬੈਕਅਪ ਜਾਂ ਕੁਝ ਨਹੀਂ ਸੀ। ਅਗਰ ਉਹਨਾਂ ਨੂੰ ਪੋਲੀਟੀਕਲ ਬੈਕਅਪ ਨਹੀਂ ਸੀ ਤੇ ਉਹ ਫਾਰਮੂਲਾ ਕਿਹੜਾ ਸੀ ਜਿਨ੍ਹਾਂ ਨਾਲ ਉਹਨਾਂ ਨੇ ਇੰਨੀ ਤਰੱਕੀ ਕੀਤੀ ਹੈ। ਦੂਸਰੀ ਗੱਲ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਹੋਰ ਕਹਿਣੀ ਚਾਹਾਂਗਾ ਕਿ ਸਿੱਖਾਂ ਦੀ ਗੱਲ ਤੁਸੀਂ ਥੋੜ੍ਹੇ ਦਿਨ ਪਹਿਲੇ ਸਰਦਾਰ ਮੇਹਰ ਸਿੰਘ ਜੀ ਕੋਲੋਂ ਕੀਤੀ ਹੈ, ਵੀਰ ਮੇਹਰ ਸਿੰਘ ਜੀ ਕੋਲੋਂ। ਰਾਜਨਾਥ ਜੀ ਜੋ ਸਾਡੇ ਡਿਫੈਂਸ ਮਿਨਿਸਟਰ ਹਨ, ਉਹ ਬਾਰਡਰ 'ਤੇ ਜਾ ਕੇ ਸਿੱਖ ਫੋਰਸ ਕੋਲੋਂ ਉੱਥੇ ਸ਼ਬਦ ਬੋਲਦੇ ਨੇ, ਜੈਕਾਰੇ ਲਾਏ ਜਾਂਦੇ ਨੇ ਤੇ ਜ਼ਿਲ੍ਹੇ ਸਿੱਖਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਚੁੱਕਣ ਦੀ ਗੱਲ ਆਉਂਦੀ ਹੈ। ਜ਼ਿਲ੍ਹੇ ਕਿਸਾਨ ਸਾਡੇ ਜਿਹੜੇ ਪਿਛਲੇ 1 ਸਾਲ ਤੋਂ ਔਰ ਉਸ ਤੋਂ ਪਹਿਲੇ ਉਹ 4 ਮਹੀਨੇ ਪੰਜਾਬਪੁਰ ਬੈਠੇ ਰਹੇ ਬਾਰਡਰਾਂ ਪਰ, ਉਹਨਾਂ ਦੀ ਆਵਾਜ਼ ਚੁੱਕਣ ਦੀ ਗੱਲ ਆਉਂਦੀ ਹੈ ਤੇ ਉਹਲੇ ਉਹਨਾਂ ਦੀ ਮੂੰਹ ਤੋਂ ਕੋਈ ਆਵਾਜ਼ ਨਹੀਂ ਨਿਕਲਦੀ ਕਿਸੇ ਤੋਂ ਵੀ। ਕਿਆ ਸਿੱਖ ਇਨਸਾਨ ਨਹੀਂ ਹਨ? ਕਿਆ ਸਿੱਖਾਂ ਨਾਲ ਕਿਉਂ ਦੂਸਰੇ ਸ਼ਹਿਰੀ ਦਰਜੇ ਦਾ ਸਲੂਕ ਕੀਤਾ ਜਾ ਰਿਹਾ? ਸਿੱਖਾਂ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ? ਰਹੀ ਗੱਲ ਜੰਮੂ ਕਸ਼ਮੀਰ ਦੀ, ਉਹ ਵੀ ਇੰਡੀਅਨ। ਰਹੀ ਗੱਲ ਬਿਲਕੁਲ, ਰਹੀ ਗੱਲ ਜੰਮੂ ਕਸ਼ਮੀਰ ਦੀ, ਜੰਮੂ ਕਸ਼ਮੀਰ ਵਿੱਚੋਂ ਸਟੇਟ ਲੈਂਗੁਏਜ 'ਚੋਂ ਪੰਜਾਬੀ ਨੂੰ ਬਾਹਰ ਕੀਤਾ ਗਿਆ। ਕਿਉਂ ਕੀਤਾ ਗਿਆ? ਅੱਜ ਜੀ ਨਿਊਜ਼ ਇਹ ਖਬਰ ਚਲਾ ਰਿਹਾ ਹੈ ਕਿ ਸਿੱਖ ਅੱਗੇ ਆ ਕੇ ਤਾਲਿਬਾਨ ਨਾਲ ਲੜ ਸਕਦੇ ਨੇ ਤੇ ਜ਼ਿਲ੍ਹੇ ਪੰਜਾਬੀ ਨਿਊਜ਼ ਨੂੰ ਪੰਜਾਬੀ ਨੂੰ ਬਾਹਰ ਕੱਢਿਆ ਗਿਆ, ਪੰਜਾਬੀ ਲੈਂਗੁਏਜ ਨਾਲ ਵਿਤਕਰਾ ਕੀਤਾ ਗਿਆ, ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਗਿਆ। ਉਹਲੇ ਜੀ ਨਿਊਜ਼ ਨੇ ਕਿਉਂ ਨਹੀਂ ਖਬਰ ਚਲਾਈ?
ਕਿ ਇਹ ਪੰਜਾਬੀ ਜਿਹੜੀ ਹੈ ਇਹ ਸਿੱਖਾਂ ਦੀ ਲੈਂਗੁਏਜ ਹੈ, ਇਹਨਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹ ਕਿਤੇ ਨਾ ਕਿਤੇ ਕਿਸੇ ਨਾ ਤਰੀਕੇ ਨਾਲ ਸਿੱਖਾਂ ਨੂੰ ਉਕਸਾਇਆ ਜਾ ਰਿਹਾ ਹੈ, ਸਿੱਖਾਂ ਨੂੰ ਗਲਤ ਤਰਫ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਦੀ ਤਰਫੋਂ। ਅਸੀਂ ਇਹ ਚਾਹੁੰਦੇ ਹਾਂ ਕਿ ਐਸੀ ਜਿਹੜੀ ਨਿਊਜ਼ ਏਜੰਸੀਆਂ ਇਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਏ, ਸੋ ਡੈਟ ਕਿ ਉਹ ਕਿਸੇ ਨੂੰ ਉਕਸਾਉਣ ਨਾ। ਤੇ ਰਹੀ ਗੱਲ ਸਿੱਖਾਂ ਦੀ, ਸਿੱਖਾਂ ਨੇ ਅੱਜ ਤੱਕ ਇਹ ਪੂਰੀ ਦੁਨੀਆ 'ਚ ਕਰਕੇ ਦਿਖਾਇਆ, ਪੂਰੀ ਦੁਨੀਆ 'ਚ ਮਿਸਾਲ ਪੈਦਾ ਕੀਤੀ ਹੈ ਕਿ ਉਹ ਜਿੱਥੇ ਵੀ ਮਾਨਵਤਾ ਦੀ ਗੱਲ ਆਉਂਦੀ ਹੈ, ਜਿੱਥੇ ਵੀ ਕਿਸੇ ਦੀ ਭਲਾਈ ਦੀ ਗੱਲ ਆਉਂਦੀ ਹੈ, ਸਿੱਖ ਸਭ ਤੋਂ ਅੱਗੇ ਆਉਂਦੇ ਨੇ। ਰਹੀ ਖਾਲਸਾ ਏਡ ਜੈਸੀ ਸੰਸਥਾਵਾਂ, ਯੂਨਾਈਟਿਡ ਸਿੱਖ ਜੈਸੀ ਸੰਸਥਾਵਾਂ, ਔਰ ਬਹੁਤ ਸਾਰੀ ਸੰਸਥਾਵਾਂ ਜਿਨ੍ਹਾਂ ਨੇ ਮਾਨਵਤਾ ਦੇ ਭਲੇ ਲਈ ਕਿਸੇ ਨਾ ਕਿਸੇ ਬਾਰਡਰ 'ਤੇ ਜਾ ਕੇ, ਹਰ ਇੱਕ ਦੇਸ਼ ਦੇ ਬਾਰਡਰ 'ਤੇ ਜਾ ਕੇ ਜਿੱਥੇ ਲੋਕ ਮਰ ਰਹੇ ਨੇ ਜਾਂ ਜਿਨ੍ਹਾਂ ਨੂੰ ਜ਼ਰੂਰਤ ਹੈ, ਜਿੱਥੇ ਅਰਥ ਕਿਉਂ ਆਇਆ ਜਾਂ ਕੁਝ ਹੋ ਰਿਹਾ, ਉੱਥੇ ਜਾ ਕੇ ਉਹਨਾਂ ਨੇ ਸੇਵਾ ਕੀਤੀ ਹੈ। ਸਿੱਖ ਹਮੇਸ਼ਾ ਸੇਵਾ ਲਈ ਤਿਆਰ ਹੈ। ਕੋਵਿਡ ਦੇ ਦੌਰਾਨ ਵੀ ਸਿੱਖਾਂ ਨੇ ਲੰਗਰ ਲਾਏ ਤੇ ਕੋਵਿਡ ਦੇ ਦੌਰਾਨ ਵੀ ਈਵਨ ਕਿ ਆਕਸੀਜਨ ਗਵਰਨਮੈਂਟ ਹਸਪੀਟਲਸ ਨਹੀਂ ਮਿਲ ਰਹੀ ਸੀ, ਸਿੱਖਾਂ ਨੇ ਦਿੱਲੀ ਵਿੱਚ ਔਰ ਪੂਰੇ ਜੰਮੂ ਕਸ਼ਮੀਰ ਔਰ ਪੂਰੇ ਹਿੰਦੁਸਤਾਨ ਵਿੱਚ ਆਕਸੀਜਨ ਦੇ ਵੀ ਲੰਗਰ ਲਾਏ ਤੇ। ਇਹ ਸਿੱਖਾਂ ਦੀ ਇੱਕ ਕਰਨੀ ਹੈ, ਉਹ ਕਰਨ ਤੋਂ ਨਹੀਂ ਡਰਦੇ। ਸਭ ਤੋਂ ਵੱਡੀ ਮਿਸਾਲ ਜਿਹੜੀ ਸਿੱਖ ਕੌਮ ਦੀ ਹੈ, ਉਹਨਾਂ ਦੇ ਮੁਕਾਬਲੇ ਦੀ ਹਿਸਟਰੀ ਦੱਸ ਦਿਓ, ਕਿਸੇ ਨੇ ਇੰਨੀ ਕੁਰਬਾਨੀ ਨਹੀਂ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦਾ ਮਿਸਾਲ ਸਭ ਤੋਂ ਵੱਡੀ, ਜਿਹੜਾ ਆਪਣੇ ਬੱਚੇ ਜਿੰਦੇ ਚੁਣਵਾ ਦਿੱਤੇ, ਇਸ ਤੋਂ ਵੱਡੀ ਕੋਈ ਹੈ? ਔਰ ਆਪਣਾ ਸ਼ੀਸ਼ ਬਾਬਾ ਦੀਪ ਸਿੰਘ ਜੀ, ਉਹ ਦੇਖੋ ਕਿੰਨੀ ਵੱਡੀ ਐਗਜ਼ਾਮਪਲ ਹੈ ਆਪਣੇ ਦੇਸ਼ ਵਾਸਤੇ, ਆਪਣੇ ਸਮਾਜ ਵਾਸਤੇ। ਇਤਨੀ ਵੱਡੀ ਵੱਡੀ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ। ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਵੀ ਆਪਣੀ ਜੋ ਕੁਰਬਾਨੀ ਦਿੱਤੀ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਬੱਚਿਆਂ ਦਾ ਬਲੀਦਾਨ ਦਿੱਤਾ ਔਰ ਪੂਰੀ ਮਤਲਬ ਕੌਮ ਦੇ ਲਈ, ਆਪਣੇ ਧਰਮ ਦੇ ਲਈ ਤੋ ਸਿੱਖਾਂ ਦੀ ਕੁਰਬਾਨੀਆਂ ਦਿੱਤੀ ਗਈਆਂ ਹਰ ਪਾਸੇ ਤੁਸੀਂ। ਲੇਕਿਨ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੂੰਗਾ ਰਾਜੇਸ਼ ਜੀ ਕਿ ਜੋ ਅੱਜ ਜੋ ਤੁਸੀਂ ਦੇਖਿਆ ਕਿ ਜੋ ਹਾਲਾਤ ਬਣੇ ਹੋਏ ਨੇ, ਨਾ ਹੀ ਪ੍ਰਧਾਨ ਮੰਤਰੀ ਜੀ ਕੋਈ ਸਾਡੇ ਬਿਆਨ ਦੇ ਰਹੇ ਨੇ ਇਸ ਮੁੱਦੇ ਤੇ, ਅਫਗਾਨਿਸਤਾਨ ਤਾਲਿਬਾਨ ਦੇ ਮੁੱਦੇ ਤੇ, ਨਾ ਹੀ ਜੋ ਹਨ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ, ਨਾ ਹੀ ਉਹ ਕੋਈ ਬਿਆਨ ਦੇ ਰਹੇ ਹਨ। ਔਰ ਇੱਕ ਜੋ ਹੈ ਨੁਮਾਇੰਦਾ ਉਹਨਾਂ ਦਾ, ਉਹ ਬਾਰ-ਬਾਰ ਉਹੀਓ ਬਿਆਨ ਦੇ ਰਹੇ ਨੇ ਆ ਕੇ मीडिया सामने। क्यों ऐसा? क्यों उन प्रधानमंत्री साहब ये चुप्पी क्यों नहीं तोड़ रहे अपनी? ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਹੀ ਕਿਹਾ ਹੈ ਕਿ ਉਹਨਾਂ ਨੂੰ ਪਹਿਲੇ ਵੋਟ ਲੈਣਾ ਸੀ, ਉਹਨਾਂ ਨੇ ਆਪਣਾ ਬੜੇ ਇੱਕ ਲੋਕਾਂ ਨੂੰ ਪਲਾਨ ਤਰੀਕੇ ਨਾਲ ਬੇਵਕੂਫ ਬਣਾਇਆ। ਜਿਸ ਤਰ੍ਹਾਂ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਇੱਕ ਮਦਾਰੀ ਆਉਂਦਾ ਨਾ, ਉਹ ਆਪਣੀ ਡੁਗਡੁਗੀ ਵਜਾ ਕੇ ਲੋਕਾਂ ਨੂੰ ਮਿਸਮਰਾਈਜ਼ ਕਰ ਦਿੰਦਾ, ਉਹ ਸਾਰੇ ਉਸ ਤਰ੍ਹਾਂ ਹੋ ਜਾਂਦੇ ਨੇ। ਇਹ ਇਸ ਤਰ੍ਹਾਂ ਹੀ ਇਹਨੇ 14 ਵਿੱਚ ਸ਼ੁਰੂ ਕੀਤਾ, ਆਪਣੀ ਡੁਗਡੁਗੀ ਵਜਾਈ ਔਰ ਲੋਕਾਂ ਨੂੰ ਇਤਨਾ ਝੂਠ, ਇਤਨਾ ਸਭ ਤੋਂ ਝੂਠਾ ਇਨਸਾਨ ਹੈ। ਮੈਂ ਕਹਿੰਦਾ ਇਸ ਤੋਂ ਜ਼ਿਆਦਾ ਝੂਠ ਕੋਈ ਨਹੀਂ ਬੋਲ ਸਕਦਾ। ਔਰ ਝੂਠ ਬੋਲ ਕੇ ਆਪਣੇ ਕੰਟਰੀ ਵਾਲਿਆਂ ਦਾ ਬੇੜਾ ਗਰਕ ਕੀਤਾ ਇਹਨਾਂ ਨੇ। ਤੇ ਇਹ ਕਿੱਥੇ ਸਾਡੇ ਇੱਥੇ ਜਵਾਬ ਦੇਣਗੇ? ਇਹਨਾਂ ਕੋਲ ਜਵਾਬ ਹੈ ਹੀ ਨਹੀਂ, ਕਿਸ ਮੂੰਹ ਨਾਲ ਜਵਾਬ ਦੇ ਸਕਦੇ ਨੇ? ਹੁਣ ਤੁਸੀਂ ਸਾਰੇ ਦੇਖਿਆ, ਤੁਸੀਂ ਗੱਲਬਾਤ ਕੀਤੀ ਹੈ ਵੀਰ ਜੀ ਨਾਲ, ਵੀਰ ਗੁਰਮੀਤ ਸਿੰਘ ਨਾਲ, ਰਜੇਸ਼ ਗੁਪਤਾ ਜੀ ਨਾਲ, ਵੀਰ ਮੇਹਰ ਸਿੰਘ ਜੀ ਨਾਲ। ਹੁਣ ਪਿੱਛੇ ਵੀ ਬੈਠੇ ਹੋਏ ਹਨ ਜੋ ਵੀਰ ਜੀ ਇੱਥੇ, ਔਰ ਵੀਰ ਮਲਕੀ ਸਿੰਘ ਜੀ ਇੱਥੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਮਲਕੀ ਸਿੰਘ ਨਾਲ ਗੱਲ ਕਰਨੇ ਆ, ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਕਹਿਣਾ ਚਾਹਣਗੇ। ਕਿ ਮਲਕੀ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਪਹਿਲੇ ਕਿ ਤੁਸੀਂ ਅੱਜ ਦੇਖ ਸਕਦੇ ਹੋ ਪੂਰੇ ਦੇਸ਼ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਪੂਰੀ ਦੁਨੀਆ ਵਿੱਚ, ਦੇਸ਼ ਕੇ ਪੂਰੀ ਦੁਨੀਆ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਫਗਾਨਿਸਤਾਨ ਔਰ ਤਾਲਿਬਾਨ ਦੀ ਜੋ ਚਰਚਾ ਚੱਲ ਰਹੀ ਹੈ। ਉਸ ਚਰਚਾ ਦੇ ਵਿਸ਼ੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਵਿਚਾਰ ਰੱਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਗੁਰਬਾਣੀ ਅਖੰਡ ਬਾਣੀ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਸਭ ਤੋਂ ਵੱਡੀ ਗੱਲ ਹੈ, ਪਹਿਲੇ ਵੀ ਮੇਰੇ ਤੋਂ ਪਹਿਲੇ ਬੁਲਾਰੇ ਬੋਲੇ ਨੇ, USA ਜਿਹੜਾ ਹੈ ਉਹ ਇਸ ਲਈ ਸਾਰੀ ਗੇਮ ਚਲਾ ਰਿਹਾ ਹੈ। ਸ਼ਾਇਦ ਇਸ ਦਾ ਖਮਿਆਜ਼ਾ ਹੈ ਉਹ ਇੰਡੀਆ ਨੂੰ ਭੁਗਤਣਾ ਪਏਗਾ, ਕਿਉਂਕਿ ਕੁਝ ਕੰਟਰੀ ਜਿਹੜੇ ਉਹ ਮਾਨਤਾ ਦੇ ਰਹੇ ਨੇ ਤਾਲਿਬਾਨ ਨੂੰ। ਔਰ ਇਹ ਤੁਹਾਨੂੰ ਵਾਜ਼ਾ ਕਰ ਦੇਣਾ ਚਾਹੁੰਦਾ ਮੈਂ, 8000 ਜੈਸ਼ੇ ਮੁਹੰਮਦ ਦਾ ਲੜਾਕੂ ਉਹਨਾਂ ਨੇ ਅਫਗਾਨਿਸਤਾਨ ਵੀ ਟ੍ਰੇਨਿੰਗ ਲਈ ਦੀ ਹੈ। ਔਰ ਇਹ ਚੀਜ਼ ਦੇਖੋ ਤੁਸੀਂ, ਟਰੱਕਾਂ ਦੇ ਟਰੱਕ ਭਰ ਕੇ ਉਹ ਅਫਗਾਨਿਸਤਾਨ ਬਾਰਡਰ ਤੋਂ ਉੱਥੇ ਪਾਕਿਸਤਾਨ ਭੇਜ ਰਹੇ ਨੇ। ਉਹ ਕਿਸ ਦਾ ਸਜਾ ਰਹੇ ਨੇ? ਉਹ ਸਾਰਾ ਜਿਹੜਾ ਅਸਲਾ ਹੈ ਉਹ ਸਾਰਾ ਇੰਡੀਆ ਦੇ ਅਗੇਂਸਟ ਯੂਜ਼ ਹੋਏਗਾ, ਖਾਸ ਕਰਕੇ ਜੰਮੂ ਕਸ਼ਮੀਰ ਦੇ ਅਗੇਂਸਟ ਯੂਜ਼ ਹੋਏਗਾ। ਇੱਕ ਚੀਜ਼ ਨੋਟ ਕਰ ਲਓ, ਪਹਿਲੇ ਵੀ ਲਸ਼ਕਰ ਤੋਇਬਾ ਅਲ ਕਾਇਦਾ ਨੇ ਇੱਥੇ ਪੈਰ ਪਸਾਰੇ ਸਨ, ਲੇਕਿਨ ਸਾਡੀ ਗੌਰਮੈਂਟ ਦੇ ਇਸ ਲਈ ਤੱਕ ਉਹਨਾਂ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਰਿਗੀ ਹੈ। ਗੌਰਮੈਂਟ ਨੂੰ ਚਾਹੀਦਾ ਆਪਣੀ ਸਟੇਟਮੈਂਟ ਦੇ ਕੇ ਜਿਹੜੀ ਸਥਿਤੀ ਹੈ ਉਸ ਨੂੰ ਪੂਰਾ ਕਲੀਅਰ ਕਰਨ, ਸਟੇਟਮੈਂਟ ਦੇਵਣ। ਨਾ ਪ੍ਰਧਾਨ ਮੰਤਰੀ ਸਾਹਿਬ ਬੋਲ ਰਹੇ ਹਨ, ਨਾ ਡਿਫੈਂਸ ਮੰਤਰੀ ਬੋਲ ਰਿਹਾ, ਔਰ ਨਾ ਹੀ ਸਾਡੇ ਇੱਥੇ ਦੇ LG ਜਿਹੜੇ ਹਨ ਆਪਣੇ ਮਨੋਜ ਸਿਨਹਾ,
ਉਹਨਾਂ ਨੇ ਇੱਕ ਸਟੇਟਮੈਂਟ ਹੀ ਦੱਸੀ ਕਿ ਇਸ ਬਾਰੇ ਸਾਨੂੰ, ਹਾਲਾਂਕਿ ਜਿਹੜਾ ਨਾਰਦਰਨ ਕਮਾਂਡ ਦਾ ਜਿਹੜਾ ਜਰਨਲ ਸੀ ਉਸਨੇ ਕਿਹਾ ਕਿ ਇਹ ਇਫੈਕਟ ਸਾਨੂੰ ਕਰੇਗਾ। ਡੀਜੀਪੀ ਦਾ ਜਿਹੜਾ ਦਿਲਬਾਗ ਸਿੰਘ ਉਸਨੇ ਵੀ ਕਿਹਾ ਇਫੈਕਟ ਕਰੇਗਾ। ਤਾਲਿਬਾਨ ਇੱਕ ਐਸੀ ਚੀਜ਼ ਹੈ, ਐਸੀ ਕੌਮ ਹੈ, ਐਸੇ ਲੜਾਕੂ ਨੇ ਜਿਨ੍ਹਾਂ ਦੀ 70,000 ਫੌਜ ਨੇ, 3.5 ਲੱਖ ਫੌਜ। ਆਖਰ ਉਹਨਾਂ ਨੇ ਕਿਆ ਚੂੜੀਆਂ ਪਹਿਨੀਆਂ ਸਨ? ਸਾਰੇ ਉਹਨਾਂ ਕੋਲ ਸੋਫਿਸਟੀਕੇਟਡ ਹਥਿਆਰ ਸਨ, ਟੈਂਕ ਸਨ। ਇਹ ਜਿਹੜੇ ਲੜਾਕੂ ਫੌਜ ਸੀ ਜਿਹੜੀ ਅਫਗਾਨਿਸਤਾਨ ਦੀ, ਕੀ ਕਾਰਨ ਹੋ ਗਿਆ 3.5 ਲੱਖ ਉਹਨਾਂ ਨੇ ਛੱਡ ਦਿੱਤੇ? ਤੇ ਇਸ ਲਈ ਸੁਲਹ ਕਹਿ ਰਿਹਾ ਹੈ ਕਿ ਮੈਂ ਨਹੀਂ ਤਾਲਿਬਾਨ ਦੇ ਅੱਗੇ ਘੁਟਰੇ ਟੇਕਾਂਗਾ। ਉਹ ਖੜਾ ਹੋ ਗਿਆ ਸੁਲਹ। ਜਿਹੜੇ ਅਫਗਾਨਿਸਤਾਨ ਦਾ ਇੱਕ ਸੁਲਹ ਦਾ ਇਲਾਕਾ ਜਿਹੜਾ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਸੀ, ਉਸਨੇ ਇੱਕ ਸਟੈਂਡ ਰੱਖਿਆ। ਕਿਉਂ ਨਹੀਂ ਬਾਕੀ ਨੇ ਕਿਹਾ? ਬਾਕੀ ਜਿਹੜੇ ਗਣੀ ਉਹ ਵੀ ਨਸ ਗਿਆ। ਬਾਕੀ ਲੋਕਾਂ ਨੇ ਇੰਨੀ ਦਹਿਸ਼ਤ ਫੈਲਾ ਦਿੱਤੀ ਤਾਲਿਬਾਨੇ ਨੇ ਕਿ ਜਹਾਜ਼ਾਂ 'ਤੇ ਤੁਸੀਂ ਦੇਖਿਆ ਚੜ੍ਹ ਕੇ ਲੋਕ, ਜਿਸ ਤਰ੍ਹਾਂ ਟ੍ਰੇਨ ਹੁੰਦੀ ਆ, ਔਰ ਵਿਚਾਰੇ ਉੱਪਰੋਂ ਜਾ ਕੇ ਡਿੱਗਦੇ ਰਹੇ। ਇਸ ਕਰਕੇ ਗੌਰਮੈਂਟ ਕੋਲ ਅਸੀਂ ਇਹੋ ਅਪੀਲ ਕਰਦੇ ਹਾਂ। ਬਾਕੀ ਜਿੱਥੇ ਤੱਕ RSS ਦਾ ਮਸਲਾ ਰਿਹਾ ਜਾਂ ਕੋਈ TV ਚੈਨਲ ਕਹਿ ਰਹੇ ਨੇ ਕਿ ਉਹ ਜੀ ਕੋਈ ਗੱਲ ਨਹੀਂ, ਤਾਲਿਬਾਨ ਸਿੱਖ ਕਰਨਗੇ। ਸਿੱਖ ਉਸਲੇ ਯਾਦ ਆਉਂਦੀ ਹੈ ਜਿਸਲੇ ਆਪਦਾ ਹੁੰਦੀ ਹੈ। ਸਿੱਖ ਉਸਲੇ ਯਾਦ ਆਉਂਦੀ ਜਿਸਲੇ ਮੁਸੀਬਤ ਬੈਠ ਰਹੇ। ਸਿੱਖ ਉਹ ਉਸਲੇ ਨਹੀਂ ਯਾਦ ਆਏ। ਇਹਨਾਂ ਕਿਸਾਨਾਂ ਦੇ ਜਿਹੜੇ 1 ਸਾਲ ਤੋਂ ਉੱਪਰ ਬਰਫ਼, ਬਾਰਿਸ਼, ਗਰਮੀ, 45 ਡਿਗਰੀ ਟੈਂਪਰੇਚਰ ਉਹ ਗਰਮੀ ਕਰਦੇ ਰਹੇ ਤੇ ਉਸ ਵਿੱਚ ਉਹ ਸਹਿੰਦੇ ਰਹੇ। ਬਾਰਿਸ਼ਾਂ ਵਿੱਚ ਕਿੰਨੇ 700 ਕਿਸਾਨ ਮਰ ਗਿਆ। ਪਾਣੀ ਦੀ ਬੁਛਾਰਾਂ ਕਰਦੇ ਰਹੇ। ਪ੍ਰਧਾਨ ਮੰਤਰੀ ਨੇ ਇਸਲੇ ਤੱਕਰ ਇੱਕ ਕਿਸਾਨ ਵਾਸਤੇ ਵੀ ਕੋਈ ਉਹਨਾਂ ਵਾਸਤੇ ਕੰਡੋਲੈਂਸ ਹੈ ਇੱਕ ਲਫ਼ਜ਼ ਨਹੀਂ ਕਿਹਾ। ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਪ੍ਰਧਾਨ ਮੰਤਰੀ ਨੂੰ ਕਿ ਜਿਹੜੇ ਬਾਕੀ 2 ਬੰਦੇ ਮਰਦੇ ਨੇ ਬੜੀ ਦੁਨੀਆ 'ਚ, ਉੱਥੇ ਮਰ ਗਿਆ ਜੀ ਉੱਤਰਾਖੰਡ ਹੀ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, 4 ਬੰਦੇ ਮਰਦੇ ਨੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਰ ਇੱਕ ਜਿਹੜਾ ਵਿਤਕਰਾ ਅੱਜ ਤੁਸੀਂ ਦੇਖ ਲਓ, ਅੱਜ ਇੱਕ ਸਟੇਟਮੈਂਟ ਆ ਗਈ RSS ਦੇ ਜਿਹੜੇ ਕਿਸਾਨ ਸੰਘ ਹੈ, ਭਾਰਤੀ ਕਿਸਾਨ ਯੂਨੀਅਨ ਦੀ। ਬਦਰੀ ਨਾਰਾਇਣ ਚੌਧਰੀ ਕਹਿੰਦਾ ਸਾਡੇ 30 ਲੱਖ ਨੇ ਔਰ ਅੱਜ ਅਸੀਂ ਉਹਨਾਂ ਨੂੰ ਸਮਰਥਨ ਦੇ ਰਹੇ ਹਾਂ, MSP ਤੇ ਸਮਰਥਨ ਦੇ ਰਿਹਾ। ਕਹਿੰਦਾ ਲੇਕਿਨ ਕਾਨੂੰਨਾਂ ਹੀ ਅਸੀਂ ਸੰਸ਼ੋਧਨ ਚਾਹੁੰਦੇ ਹਾਂ। ਬਾਕੀ ਇਹ ਸਾਰੇ ਇਹ ਕਿਸਾਨ ਚੁੱਕਣ ਵਾਲੇ ਨਹੀਂ ਹੈ। ਕਿਸਾਨਾਂ ਦੇ ਬੇਟੇ ਹੀ ਬਾਰਡਰ 'ਤੇ ਲੜ ਰਹੇ ਨੇ। ਕਿਸਾਨਾਂ ਦੇ ਬੇਟੇ ਹੀ ਇਹ ਜਿਹੜੇ ਗੋਲਡ ਮੈਡਲ ਦਾ ਦੂਸਰਾ ਸਭ ਆ ਰਹੇ, ਸਿਲਵਰ ਬ੍ਰੋਂਜ਼ ਮੈਡਲ, ਕਿਸਾਨਾਂ ਦੇ ਬੇਟੇ ਲੈ ਰਹੇ ਨੇ, ਬਣੀਆਂ ਦੇ ਬੇਟੇ ਨਹੀਂ ਲਿਆ ਰਹੇ ਨੇ। ਇਹ ਸਾਰੇ ਉਹੀਓ ਲਿਆ ਰਹੇ ਨੇ। ਉਹਨਾਂ ਹੀ ਲੜਨਾ। ਉਹਨਾਂ ਦੇਸ਼ ਨੂੰ ਏਕਤਾ। ਪ੍ਰਧਾਨ ਮੰਤਰੀ ਅੱਗੇ ਅਪੀਲ ਕਰਦੇ ਹਾਂ, ਹਿੰਦੂ ਸਿੱਖ ਮੁਸਲਿਮ ਕਰਕੇ ਇਹ ਦੇਸ਼ ਦਾ ਬਟਵਾਰਾ ਨਾ ਕਰੋ। ਆਉਣ ਵਾਲਾ ਸਮਾਂ ਬੜਾ ਖਤਰਨਾਕ ਹੈ ਤੇ ਇਸ ਕਰਕੇ ਇਸ ਚੀਜ਼ ਤੋਂ ਬਚਿਆ ਜਾਏ। ਬਹੁਤ ਬਹੁਤ ਧੰਨਵਾਦ। ਮਤਲਬ ਇੱਕ ਗੱਲ ਹੈ ਕਿ ਕਿਤੇ ਨਾ ਕਿਤੇ ਤੁਸੀਂ ਇਹ ਗੱਲ ਮੰਨਦੇ ਹੋ ਨਾ ਕਿ ਜੰਮੂ ਕਸ਼ਮੀਰ ਵੀ ਖਤਰੇ ਤੋਂ ਖਾਲੀ ਨਹੀਂ ਹੈ। ਬਹੁਤ ਜ਼ਿਆਦਾ। ਜੰਮੂ ਕਸ਼ਮੀਰ 90% ਖਤਰਾ ਹੈ। ਦੇਖੋ ਜੀ ਜੰਮੂ ਕਸ਼ਮੀਰ ਦਾ ਬਾਰਡਰ ਹੀ ਸਾਰਾ ਪਾਕਿਸਤਾਨ ਨਾਲ ਲੱਗਦਾ ਹੈ। ਔਰ ਦੇਖੋ ਰਜੌਰੀ ਪੁੰਛ ਡਿਸਟ੍ਰਿਕਟ 2 ਐਸੇ ਸਨ ਜਿਨ੍ਹਾਂ ਦੀ ਮਿਲੀਟੈਂਸੀ ਬਿਲਕੁਲ ਖਤਮ ਹੋ ਗਈ। ਤੁਸੀਂ ਦੇਖਿਆ ਗ੍ਰੇਨੇਡ ਅਟੈਕ ਹੋ ਗਿਆ, BJP ਦੇ ਇੱਕ ਕਾਰੀਕਰਤਾ ਸਨ, ਬੱਚਾ ਛੋਟਾ ਗੁਜ਼ਰ ਗਿਆ। ਉਸ ਤੋਂ ਇਲਾਵਾ ਹੁਣ ਦੇਖੋ ਇੱਕ JCO ਵਿਚਾਰਾ ਉਹ ਸ਼ਹੀਦ ਹੋ ਗਿਆ। ਮਿਲੀਟੈਂਟ ਮਰਦੇ ਉਹ ਤਾਂ ਮਰਨ ਵਾਸਤੇ ਆਉਂਦੇ ਨੇ, ਲੇਕਿਨ ਆਪਣਾ ਕਿੰਨਾ ਨੁਕਸਾਨ ਹੋ ਰਿਹਾ ਇਸ 'ਤੇ ਗੌਰ ਫਰਮਾਉਣਾ ਚਾਹੀਦਾ। ਔਰ ਇਟ ਵਿਲ ਅਫੈਕਟ ਆਵਰ ਸਟੇਟ ਆਲਸੋ ਔਰ ਬੈਡਲੀ ਇਫੈਕਟ। ਇਸ ਚੀਜ਼ 'ਤੇ ਕਾਫੀ ਜਿਹੜੀ ਹੈ ਏਜੰਸੀਆਂ ਨੂੰ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਜਿਹੜੇ 8000 ਲੜਾਕੂ ਜਿਹੜੇ ਜੈਸ਼-ਏ ਮੁਹੰਮਦ ਦੇ ਤਿਆਰ ਕਰ ਰਿਹਾ ਪਾਕਿਸਤਾਨ, ਉਹ ਉਹਨਾਂ ਨੇ ਜੰਮੂ ਕਸ਼ਮੀਰ ਵਾਸਤੇ ਤਿਆਰ ਕੀਤਾ ਹੈ। ਤੇ ਇਸ ਕਰਕੇ ਸੈਂਟਰਲ ਗੌਰਮੈਂਟ ਨੂੰ ਚਾਹੀਦਾ ਕਿ ਇਸ ਬਾਰੇ ਕੁਛ ਨਾ ਕੁਛ ਸਟੇਟਮੈਂਟ ਜਾਰੀ ਕਰਨ। ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਜੁੜ ਚੁੱਕੇ ਨੇ ਸੂਦਨ ਸਾਹਿਬ ਕੋਲੋਂ ਪੁੱਛਾਂਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੀ ਕਹਿਣਾ ਚਾਹਣਗੇ। ਜੋ ਸਾਰਾ ਮੁੱਦਾ ਤਾਂ ਤੁਸੀਂ ਜਾਣਦੇ ਹੀ ਹੋ, ਉੱਥੇ ਜੋ ਤਾਲਿਬਾਨ ਔਰ ਜੋ ਅਫਗਾਨਿਸਤਾਨ ਦਾ ਮੁੱਦਾ ਪੂਰਾ ਛਾਇਆ ਹੋਇਆ ਹੈ, ਤੁਸੀਂ ਸਾਰਿਆਂ ਨਾਲ ਅਸੀਂ ਚਰਚਾ ਕੀਤੀ ਹੈ। ਇਸ ਚਰਚਾ ਦੇ ਵਿਸ਼ੇ 'ਤੇ ਹੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਅੱਜ ਜੰਮੂ ਕਸ਼ਮੀਰ ਕਿਤੇ ਨਾ ਕਿਤੇ ਸੁਰੱਖਿਅਤ ਹੈ ਕਿ ਨਹੀਂ? ਕਿ ਅੱਜ ਜੰਮੂ ਕਸ਼ਮੀਰ ਦਾ ਅਗਲਾ ਟਾਰਗੇਟ ਹੋ ਸਕਦਾ ਹੈ ਕਿ ਨਹੀਂ? ਕਿਆ ਤਾਲਿਬਾਨ ਦਾ ਅਗਲਾ ਟਾਰਗੇਟ ਜੋ ਜੰਮੂ ਕਸ਼ਮੀਰ ਹੋ ਸਕਦਾ ਹੈ? ਜੋ ਜੰਮੂ ਕਸ਼ਮੀਰ ਵਿਖੇ ਤੁਸੀਂ ਦੇਖ ਰਹੇ ਹੋ, ਜੰਮੂ ਵਿੱਚ ਕਸ਼ਮੀਰ ਵਿੱਚ ਹੋਰ ਪੂੰਛੂਗਾਰ BJP ਦੇ ਜੋ ਕਾਰਜਕਰਤਾ ਚੁਣ ਕੇ ਮਾਰੇ ਜਾ ਰਹੇ ਹਨ, ਕਿਆ ਇਹ ਆਤੰਕੀ ਹਮਲੇ ਨਹੀਂ ਹਨ? ਇਹ ਛੋਟੀ ਛੋਟੀ ਸ਼ੁਰੂਆਤ ਨਹੀਂ ਹੈ ਇੱਥੇ? ਬਿਲਕੁਲ ਇਹਦੇ ਕੋਈ ਸ਼ੱਕ ਨਹੀਂ। ਸਭ ਤੋਂ ਪਹਿਲਾਂ ਮੈਂ ਆਪਣੀ ਜਗਬਨ ਬਾਣੀ ਦਾ ਮੈਂ ਸ਼ੁਕਰੀਆ ਅਦਾ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਤੁਸੀਂ ਜਿਹੜੀ ਗੱਲ ਕੀਤੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਜੰਮੂ ਕਸ਼ਮੀਰ ਨਾਲ ਬਾਰਡਰ ਲੱਗਦਾ ਪਾਕਿਸਤਾਨ ਦਾ, ਅਫਗਾਨਿਸਤਾਨ ਬਿਲਕੁਲ ਹੀ ਨਾਲ ਲੱਗਦਾ ਪਿਆ। ਅੱਜ ਉਹਨਾਂ ਕਹਿ ਦਿੱਤਾ ਸਾਰੇ ਹਥਿਆਰ ਜਿੰਨੇ ਵੀ ਹੈਗੇ ਅਮਰੀਕਾ ਦੇ ਸਾਰੇ ਉਹ ਯੂਜ਼ ਕਰਦੇ ਪਏ। ਉਹ ਸਾਫ਼ ਕਹਿ ਦਿੱਤਾ ਉਹਨਾਂ ਕਿ ਇੰਡੀਆ ਜਿੰਨੇ ਵੀ ਇੱਥੇ ਪ੍ਰੋਜੈਕਟ ਪੈਂਡਿੰਗ ਪ੍ਰੋਜੈਕਟ ਬਿਜਲੀ ਦੇ
ਜਾਂ ਹੋਰ ਜਿਸ ਤਰ੍ਹਾਂ ਇਹਨਾਂ ਪਾਰਲੀਮੈਂਟ ਵਗੈਰਾ ਬਣਾਈ, ਜਿੰਨਾ ਹੀ ਪੈਸਾ ਇਨਵੈਸਟ ਕੀਤਾ ਹੋਰ ਪਬਲਿਕ ਲਈ ਕਰਨ, ਲੇਕਿਨ ਅਸੀਂ ਇਹਨਾਂ ਨੂੰ 1 ਇੰਚ ਰਸਤਾ ਨਹੀਂ ਦਿਆਂਗੇ। ਜਿਵੇਂ ਕਿ ਈਰਾਨ ਤੋਂ ਗੈਸ ਦੀ ਪਾਈਪ ਦਾ ਕਿੰਨਾ ਖਰਚਾ ਹੋਇਆ ਦਾ, ਉਹ ਅੱਜ ਉਹਨਾਂ ਨੂੰ ਧਮਕੀ ਦਿੰਦੇ ਪਏ। ਅਸੀਂ ਟੀ ਵੀ 'ਤੇ ਦੇਖਦੇ ਪਏ ਹਾਂ, ਜਿਹੜੀ ਲੇਡੀਜ਼ ਹਨ ਜਿਹੜੀਆਂ ਉਹ ਰੋ ਰਹੀਆਂ, ਜਿਨ੍ਹਾਂ ਦੀ ਜਿਹੜੀ ਉਹ ਹਾਲਤ ਹੈ, ਕਿਉਂਕਿ ਅੱਜ ਤੋਂ 20 ਸਾਲ ਪਹਿਲੇ ਵੀ ਇਹੋ ਹਾਲ ਸੀ। ਔਰ ਉਹਨਾਂ ਦਾ ਸਾਨੂੰ ਨਜ਼ਰ ਆਉਂਦਾ ਹੈ ਕਿ ਇਹ ਤਾਲਿਬਾਨ ਜਿਹੜੇ ਮਿੱਤਰ ਨਹੀਂ ਹੈਗੇ ਕਿਸੇ ਦੇ। ਬਾਕੀ ਜਿੱਥੇ ਤੱਕ ਰਿਹਾ ਸਾਡੀ ਜੰਮੂ ਕਸ਼ਮੀਰ ਦਾ ਤਾਂ ਬਾਰਡਰ ਰੋਜ਼ ਦੀ ਵਾਰਦਾਤ ਹੁੰਦੀ ਪਈ। ਕੱਲ੍ਹ ਦੀ ਦੇਖੋ ਹੁਣ ਰਜੌਰੀ ਵਿੱਚ ਉਹ ਵਿਚਾਰੇ ਇਹਨਾਂ ਦੱਸਿਆ ਵੀ ਹੈ, ਸਰਦਾਰ ਮਲਕੀਤ ਸਿੰਘ ਹੋਣਾ, ਇੱਕ ਸੂਬੇਦਾਰ ਸਾਹਿਬ ਉਹਨਾਂ ਦੀ ਆਪਣਾ ਡੈਥ ਹੋ ਗਈ। ਰੋਜ਼ ਕਿੰਨੇ ਫੌਜੀ ਕਿੰਨੇ ਆਪਣਾ ਇਹ ਚਲਦੇ ਰਹੇਗਾ ਕੰਮ, ਇਹ ਰੁਕਣਾ ਹੀ ਨਹੀਂ। ਬਾਕੀ ਰਿਹਾ ਮਸਲਾ ਹੈ ਕਿ ਗੌਰਮੈਂਟ ਨੂੰ ਵੀ ਇਸ ਚੀਜ਼ ਨੂੰ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੀਦਾ, ਕਿ ਸਪਸ਼ਟ ਕਰਨਾ ਚਾਹੀਦਾ। ਬਾਕੀ ਰਿਹਾ ਮਸਲਾ ਕਿਸਾਨਾਂ ਦਾ, ਜਿਲੇ ਆਪਣਾ ਕਿਸਾਨ ਸਾਡੇ ਦੇਖੋ ਉਹਨਾਂ ਆਪਣਾ ਸਰਦੀ ਨਹੀਂ ਦੇਖੀ, ਗਰਮੀ ਨਹੀਂ ਦੇਖੀ, ਉਹ ਲੜ ਰਹੇ ਨੇ ਸਿਰਕੇ ਆਪਣੇ ਹੱਕ ਲਈ, ਲੇਕਿਨ ਗੌਰਮੈਂਟ ਰਾਜਨੀਤੀ ਨਿਭਾ ਰਹੀ ਹੈ ਆਪਣਾ ਸਿਰਫ ਵੋਟ ਬੈਂਕਿੰਗ ਲਈ। ਅੱਜ ਤਾਂ ਯੂਪੀ ਵਿੱਚ ਕੀ ਕਰ ਰਹੀ ਹੈ ਸਭ। ਅੱਜ ਦੇਖੋ ਉਹਨਾਂ ਦੇ ਮਸਲਾ ਇਹ ਹੈ ਕਿ ਉਹ ਕਿਸਾਨ ਜਿਹੜੇ ਹਨ ਉਹ ਇਕਮੁੱਠ ਹੋਏ ਤੇ ਸਾਰੇ, ਉਹਨਾਂ ਨੂੰ ਫਿਰ ਨਹਿਰੇ ਵਿੱਚ ਬਦਨਾਮ ਕਰਦੇ ਨੇ, ਇਹ ਜੀ ਆਤੰਕੀ ਹਨ, ਖਾਲਿਸਤਾਨੀ ਹਨ। ਫਿਰ ਜਿੱਥੇ ਆ ਜਾਂਦੀ ਕੌਮ ਦੀ ਗੱਲ, ਗੁਰੂ ਆਪਣਾ ਸਿੱਖ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਿੱਖ ਕੌਮ ਨੇ, ਤੇ ਗੱਲ ਆ ਜਾਂਦੀ ਹੈ ਆਪਣਾ ਇਹ ਸਰਦਾਰਾਂ ਦਾ, ਇਹ ਅੱਗੇ ਇਹੋ ਮੁਕਾਬਲਾ ਕਰ ਸਕਦੇ ਇਹਦੇ ਕੋਈ ਸ਼ੱਕ ਨਹੀਂ, ਕਰਨਗੇ ਸਰਦਾਰ ਮੁਕਾਬਲਾ, ਲੇਕਿਨ ਸਰਦਾਰਾਂ ਨਾਲ ਸਹਿਮਤੀ ਜਾਏ, ਉਹਨਾਂ ਦੀ ਵੀ ਜਿਹੜੀਆਂ ਕੋਈ ਪ੍ਰੋਬਲਮਸ ਹਨ। ਬਾਕੀ ਸਰਦਾਰ ਸ਼ੁਰੂ ਤੋਂ 94% ਅੱਜ ਕੁਰਬਾਨੀ ਦਿੰਦੇ ਆਏ ਤੇ ਅੱਗੇ ਵੀ ਦੇਣਗੇ, ਠੀਕ ਹੈ ਕਿ ਨਹੀਂ। ਬਾਕੀ ਸਪਸ਼ਟ ਜਿਹੜੇ ਗੌਰਮੈਂਟ ਹੈ ਜਿਹੜੀ ਇਸ ਲਈ ਗ੍ਰਹਿ ਮੰਤਰੀ ਹੈ, ਸਾਰਿਆਂ ਨੂੰ ਸਪਸ਼ਟ ਕਰਨੀ ਚਾਹੀਦੀ ਗੱਲ। ਬਹੁਤ ਬਹੁਤ ਧੰਨਵਾਦ। ਮੈਂ ਤੁਹਾਡੇ ਮਾਧਿਅਮ ਤੋਂ ਗੁਰਬਾਣੀ ਅਖੰਡ ਬਾਣੀ ਦੇ ਮਾਧਿਅਮ ਤੋਂ ਸਰਕਾਰ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਜਿਵੇਂ ਅਮਰੀਕਾ ਦੀ ਗਵਰਨਮੈਂਟ ਨੇ ਆਪਣੇ ਉੱਥੇ ਨਾਗਰਿਕ ਕਢਾਉਣ ਲਈ ਸਪੈਸ਼ਲ 에ਅਰਕ੍ਰਾਫਟ ਭੇਜਿਆ, ਸਪੈਸ਼ਲ ਪੂਰਾ ਜਿਹੜਾ 에ਅਰਪੋਰਟ ਸੀ ਉਹਨੂੰ ਕਾਰਡਨ ਕੀਤਾ ਗਿਆ ਔਰ ਆਪਣੇ ਨਾਗਰਿਕ ਨਿਕਾਲ ਕੇ ਲੈ ਕੇ ਆਏ। ਇਸ ਤਰ੍ਹਾਂ ਹੀ ਹਿੰਦੁਸਤਾਨੀ ਬਹੁਤ ਸਾਰੇ ਇੰਡੀਅਨਸ ਹਨ ਜਿਹੜੇ ਕਿ ਉੱਥੇ ਫਸੇ ਹੋਏ ਹਨ, ਗੁਰਦੁਆਰਿਆਂ ਵਿੱਚ ਸ਼ੈਲਟਰ ਲੈ ਕੇ ਬੈਠੇ ਹੋਏ ਹਨ, ਮੰਦਿਰਾਂ ਵਿੱਚ ਸ਼ੈਲਟਰ ਲੈ ਕੇ ਬੈਠੇ ਹੋਏ ਹਨ। ਉਹਨਾਂ ਵਿੱਚੋਂ ਕੁਝ ਸਿੱਖ ਫੈਮਿਲੀਜ਼ ਵੀ ਹਨ, ਕੁਝ ਹਿੰਦੂ ਫੈਮਿਲੀਜ਼, ਕੁਝ ਬਾਕੀ ਧਰਮ ਦੀ ਫੈਮਿਲੀਜ਼ ਵੀ ਹਨ। ਅਸੀਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਵਾਸਤੇ ਕੁਝ ਸਪੈਸ਼ਲ ਇੰਤਜ਼ਾਮ ਕੀਤਾ ਜਾਏ ਔਰ ਜਲਦ ਤੋਂ ਜਲਦ ਉਹਨਾਂ ਨੂੰ ਕੱਢਣ ਦਾ ਇੰਤਜ਼ਾਮ ਕੀਤਾ ਜਾਏ ਔਰ ਸੇਫ ਉਹਨਾਂ ਨੂੰ ਇੰਡੀਆ ਵਾਪਸ ਲਿਆਇਆ ਜਾਏ। ਜਿਵੇਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਵੇਂ 50 ਤੋਂ ਵੱਧ ਉੱਥੇ ਫੈਮਿਲੀ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਬੈਠੇ ਹੋਏ ਹਨ, ਜਿਸ ਤਰ੍ਹਾਂ ਅਮਰੀਕਾ ਯਤਨ ਕਰ ਰਿਹਾ ਹੈ ਆਪਣੇ ਉੱਥੇ ਨਾਗਰਿਕਾਂ ਨੂੰ ਬਚਾਉਣ ਲਈ, ਕਿ ਇਸ ਤਰ੍ਹਾਂ ਹਿੰਦੁਸਤਾਨ ਸਰਕਾਰ ਵੀ ਕੋਈ ਉਪਰਾਲਾ ਕਰੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ, ਉਹਨਾਂ ਨੂੰ ਉਹਨਾਂ ਆਤੰਕੀਆਂ ਦੇ ਕੋਲੋਂ ਬਚਾਇਆ ਜਾ ਸਕੇ ਔਰ ਦੇਸ਼ ਵਾਸਤੇ ਵੀ ਆਪਣੀ ਦੇਸ਼ ਦੀ ਸੁਰੱਖਿਆ ਵਾਸਤੇ ਵੀ ਇੰਤਜ਼ਾਮ ਕਰਨੇ ਚਾਹੀਦੇ। ਬਿਲਕੁਲ ਤੁਸੀਂ ਠੀਕ ਕਿਹਾ ਕਿ ਹਿੰਦੁਸਤਾਨ ਸਰਕਾਰ ਨੂੰ ਵੀ ਉਸ ਤਰ੍ਹਾਂ ਹੀ ਦਾ ਹੀ ਉਪਰਾਲਾ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਅਮਰੀਕਾ ਦੀ ਸਰਕਾਰ ਨੇ ਕੀਤਾ ਹੈ, ਕਿਉਂਕਿ ਉਹ ਸਾਡੇ ਨਾਗਰਿਕਾਂ, ਸਾਡੇ ਸਾਥੀਆਂ ਇਸ ਦੇਸ਼ ਦੇ ਤੋਂ ਜੰਮੇ ਪਲੇ ਹਨ ਔਰ ਉਸ ਦੇਸ਼ ਜੋ ਬਾਹਰ ਜਾ ਕੇ ਕੰਮ ਕਰ ਰਹੇ ਸਨ, ਅਲਟੀਮੇਟਲੀ ਉਹ ਪੈਸਾ ਤਾਂ ਹਿੰਦੁਸਤਾਨ ਵਿੱਚ ਹੀ ਆ ਰਿਹਾ ਸੀ, ਹਿੰਦੁਸਤਾਨ ਦੀ ਹੀ ਤਰੱਕੀ ਹੋ ਰਹੀ ਸੀ। ਤੇ ਇਸ ਲਈ ਹਿੰਦੁਸਤਾਨ ਗੌਰਮੈਂਟ ਦਾ ਪਹਿਲਾ ਫਰਜ਼ ਹੈ ਕਿ ਉਹਨਾਂ ਨੂੰ ਬਚਾਉਣ ਲਈ ਜਿਹੜੇ ਕਿ ਉਹ ਗੁਰਦੁਆਰਾ ਸਾਹਿਬ ਵੀ ਸ਼ੈਲਟਰ ਲੈ ਕੇ ਬੈਠੇ ਹਨ, ਜੋ ਕਿ ਤੁਹਾਡੇ ਮਾਧਿਅਮ ਤੋਂ ਪਤਾ ਕਿ 20 ਹਿੰਦੂ ਫੈਮਿਲੀ ਔਰ 30 ਸਿੱਖ ਫੈਮਿਲੀਜ਼ ਹਨ, ਉਹਨਾਂ ਨੂੰ ਵਾਪਸ ਸੇਫ ਪੈਸੇ ਦੇ ਕੇ ਇੰਡੀਆ ਲੈ ਕੇ ਆਇਆ ਜਾ ਸਕੇ। ਲੇਕਿਨ ਇੱਕ ਗੱਲ ਵੀਰ ਜੀ ਮੈਂ ਕਹਿਣਾ ਚਾਹਾਂਗਾ ਤੁਹਾਨੂੰ ਕਿ ਅੱਜ ਜਿਸ ਵਕਤ ਇਹ ਦੌਰ ਆ ਜਾਂਦਾ ਕਿਸੇ ਤੇ ਔਖੀ ਭਾਰੀ ਆ ਜਾਂਦੀ ਹੈ ਤੇ ਸਿੱਖ ਹਿੰਦੂ ਫੈਮਿਲੀ ਅੱਜ ਇੱਕ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਬੈਠੇ ਦੇ, ਕਿੰਨੀ ਵੱਡੀ ਮਿਸਾਲ ਆ ਦੇਖ ਲਓ ਤੁਸੀਂ। ਇੱਕੋ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੇ ਸ਼ਟਰ ਲਈ ਹੋਈ ਹੈ ਔਰ ਕਿਵੇਂ ਇਕੱਠੇ ਬੈਠੇ ਹੋਏ ਨੇ। ਇੱਥੇ ਧਰਮ ਦੀ ਰਾਜਨੀਤੀ ਕਰਾ ਕੇ ਤੇ ਹਿੰਦੂ ਸਿੱਖ ਨੂੰ ਲੜਾਇਆ ਜਾ ਰਿਹਾ ਤੇ ਉੱਥੇ ਇੱਕੋ ਗੁਰਦੁਆਰੇ ਅੰਦਰ ਨਤਮਸਤਕ ਹੋ ਕੇ ਸਾਰੇ ਉੱਥੇ ਬੈਠੇ ਹੋਏ ਨੇ, ਉਸ ਬਾਬੇ ਅੱਗੇ ਅਰਦਾਸ ਕਰਦੇ ਹਨ, ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹਨ ਕਿ ਇਹਨਾਂ ਕੋਲ ਸਾਡਾ ਛੁਟਕਾਰਾ ਹੋ ਜਾਏ। ਵੀਰ ਜੀ ਗੱਲ ਇਹ ਹੈ ਕਿ ਤੁਸੀਂ ਬੜੀ ਠੀਕ ਲੱਗੀ, ਗੁਰਦੁਆਰਾ ਸਾਹਿਬ ਉਹਨਾਂ ਸ਼ੈਲਟਰ ਲਿਆ ਇੱਕ ਐਸਾ ਸਥਾਨ ਹੈ ਕਿ ਜਿੱਥੇ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਸਾਡਾ ਗੁਰਦੁਆਰਾ ਸਾਹਿਬ ਗੁਰੂ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ, ਜਿੱਥੇ 4 ਦਰਵਾਜ਼ੇ ਹਨ, ਉੱਥੇ ਕੀ ਮਤਲਬ ਹੈ, ਕੀ ਸੰਦੇਸ਼ ਹੈ ਕਿ ਸਭ ਆ ਸਕਦੇ ਹਨ, ਕਿਸੇ ਲਈ ਕੋਈ ਮਨਾਹੀ ਨਹੀਂ ਹੈ। ਬੜੀ ਤੁਸੀਂ ਆਪਣੀ ਆ ਕੇ ਜੋ ਵੀ ਆਪਣੀ ਕਿਰਿਆਕਰਮ ਹੈ, ਜੋ ਵੀ ਆਪਣੀ ਪੂਜਾ ਹੈ ਉਹ ਕਰ ਸਕਦੇ ਹੋ, ਆਪਣੇ ਧਰਮ ਦੇ ਅਨੁਸਾਰ ਕਰ ਸਕਦੇ ਹੋ। ਉੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਖੋਲ੍ਹ ਦਿੱਤੇ, ਸਾਰੀ ਸੰਗਤਾਂ ਆ ਕੇ ਬੈਠੀ ਹਨ ਔਰ ਇੱਧਰੋਂ ਹਿੰਦੁਸਤਾਨ ਦੇ ਕੁਝ ਮੀਡੀਆ ਚੈਨਲ ਵਾਲੇ ਇਹ ਕਹਿ ਰਹੇ ਨੇ ਕਿ ਤੁਸੀਂ ਸਿੱਖੀ ਬਚਾ ਸਕਦੇ ਹੋ, ਤੇ ਸਿੱਖਾਂ ਨੇ ਬਚਾ ਕੇ ਰੱਖੇ ਹੋਏ ਨੇ। ਸਿੱਖਾਂ ਨੇ ਉੱਥੇ ਹੀ ਮਿਸਾਲ ਪੈਦਾ ਕੀਤੀ ਹੈ, ਅਫਗਾਨਿਸਤਾਨ ਵਿੱਚ ਉਹਨਾਂ ਨੇ ਮਿਸਾਲ ਪੈਦਾ ਕੀਤੀ ਹੈ ਕਿ ਗੁਰਦੁਆਰੇ ਵਿੱਚ ਲੋਕਾਂ ਨੂੰ ਸ਼ੈਲਟਰ ਦੇ ਕੇ ਲੰਗਰ ਲਗਵਾ ਕੇ ਉਹਨਾਂ ਨੂੰ ਲੰਗਰ ਵੀ ਖਵਾ ਰਹੇ ਨੇ ਔਰ ਗਵਰਨਮੈਂਟ ਨੂੰ ਵੀ ਅਪੀਲ ਕਰ ਰਹੇ ਨੇ ਕਿ ਇਹਨਾਂ ਨੂੰ ਕਢਵਾਇਆ ਜਾਏ। ਤੁਸੀਂ ਸੁਣੇ ਸਾਰਿਆਂ ਦੇ ਵਿਚਾਰ, ਅੱਜ ਜੋ ਚਰਚਾ ਦਾ ਵਿਸ਼ੇ ਸੀ, ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ, ਸਾਂਝੇ ਕੀਤੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਤੋ ਅੱਜ ਜੋ ਜੰਮੂ ਕਸ਼ਮੀਰ ਵਿੱਚ ਹਾਲਾਤ ਹਨ, ਅੱਜ ਜਿਵੇਂ ਕਿ ਕਿਹਾ ਜਾਂਦਾ ਨਾ, ਤੁਸੀਂ ਬੜੀ ਇੰਗਲਿਸ਼ ਦੀ ਜੋ ਪ੍ਰੋਵਰਬ ਹੈ, ਹਿਸਟਰੀ ਰਿਪੀਟਸ ਇਟਸੈਲਫ, ਤੋ ਹਿਸਟਰੀ ਜੋ ਮਤਲਬ ਇਤਿਹਾਸ ਹੈ ਕਿਤੇ ਨਾ ਕਿਤੇ ਫਿਰ ਦੁਹਰਾਇਆ ਜਾਂਦਾ ਹੈ। ਅੱਜ ਉਹੀਓ ਦਸ਼ਕ 10 ਸਾਲਾਂ ਬਾਅਦ 1990 ਦਾ
ਨੱਬੇ ਦੇ ਦਾ ਜੋ ਦੌਰ ਹੈ ਉਹ ਅੱਜ ਵਾਪਸ ਫਿਰ ਦੁਹਰਾਇਆ ਜਾ ਰਿਹਾ ਹੈ। ਇਹ ਸਰਕਾਰਾਂ ਨੂੰ ਇੱਥੇ ਸਤਰਕ ਲੈਣਾ ਚਾਹੀਦਾ ਹੈ। ਮੈਂ ਤੁਹਾਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਸਾਰੇ ਨੂੰ ਹੀ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਜੋ ਵੱਡੇ ਪੱਧਰ ਤੇ ਉਹ ਸਟੈਪ ਲੈਣੇ ਚਾਹੀਦੇ ਹਨ ਔਰ ਦੇਸ਼ ਦੀ ਏਜੰਸੀ ਜੋ ਸੁਰੱਖਿਆ ਲਈ ਵੱਡੇ ਪੱਧਰ ਤੇ ਜੋ ਸੁਰੱਖਿਆ ਕਰਮੀ ਜੋ ਹਨ ਤੈਨਾਤ ਕਰਨੇ ਚਾਹੀਦੇ ਹਨ। ਉਸ ਤੋਂ ਬਾਅਦ ਜੇ ਇਹ ਨਾ ਹੋਏ ਕਿ 1990 ਵਿੱਚ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਦੌੜਾਇਆ ਗਿਆ ਸੀ ਕਸ਼ਮੀਰ ਵਿੱਚੋਂ, ਤਾਂ ਅੱਜ ਉਹ ਦੌਰ ਕਿਤੇ ਫਿਰ ਵਾਪਸ ਨਾ ਆ ਜਾਏ। ਤਾਂ ਸਰਕਾਰ ਇਸ ਕਰਕੇ ਸਤਰਕ ਹੋ ਕੇ ਪ੍ਰਧਾਨ ਮੰਤਰੀ ਜੀ ਆਪਣੀ ਚੁੱਪੀ ਤੋੜ ਕੇ ਅੱਗੇ ਆ ਕੇ 56 ਇੰਚ ਦਾ ਸੀਨਾ ਜੋ ਹੈ ਸਾਹਮਣੇ ਲਿਆ ਕੇ ਤੇ ਇੱਥੇ ਲੋਕਾਂ ਦੀ ਜਾਨ ਬਚਾਉਣ। ਬਹੁਤ ਬਹੁਤ ਧੰਨਵਾਦ।